ਸਤਨਾਮ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋ ਪੈ ਸੁਆਮੀ, ਮਾਨਸ ਕੀ ਗਤ ਹੀ। ਦੇਹੀ ਗਾਵਾ ਜਿਉ ਤਰ ਮਹਤੋ, ਬਸਹਿ ਪੰਚ ਕਿਰਸਾਨਾ। ਨੈਨੋ ਨਕਟੋ ਸ਼ਰਵਨੋ ਰਸਪਤ, ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੋਇ ਗਾਓ, ਕਰੀ ਕਰੀ ਕਾ ਲੇਖਾ ਮੰਗੈ। ਕਾਇਥ ਚੇਤੂ ਨਾਓ, ਧਰਮ ਰਾਏ ਜਬ ਲੇਖਾ ਮੰਗੈ। ਬਾਕੀ ਨਿਕਸੀ ਭਾਰੀ, ਪੰਚ ਕਿਰਸਾਨਵਾ ਭਾਗ ਗਏ। ਲੈ ਬਾਧਿਓ ਜਿਉ ਦਰਬਾਰੀ। ਕਹਿਤ ਕਬੀਰ ਸੁਨਹੁ ਰੇ ਸੰਤੋ, ਖੇਤ ਹੀ ਕਰਹੁ ਨਬੇਰਾ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਪਵ ਜਲ ਫੇਰਾ। ਬਹੁਰ ਨਾ ਪਵ ਜਲ ਫੇਰਾ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ। ਬਾਵਨ ਅੱਖਰ ਸੋਧ ਕੈ, ਹਰ ਚਰਨੀ ਚਿਤ ਲਾਏ। ਬਾਵਨ ਅੱਖਰ ਸੋਧ ਕੈ, ਹਰ ਚਰਨੀ ਚਿਤ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸਤਿਗੁਰੂ ਕੇ ਸ਼ਬਦ ਦੇ ਆਧਾਰ ਨਾਲ
ਆਪਣੇ ਜੀਵਨ ਦੀ ਗੁਰਮੁਖਾਂ ਵਰਗੀ ਘਾੜਤ ਘੜਨ ਦਾ, ਸਤਿਗੁਰੂ ਦੇ ਚਰਨਾਂ ਦੇ ਵਿਸ਼ਵਾਸ ਭਰੋਸੇ ਦੇ ਭਾਵ ਨਾਲ ਇਸ ਸੰਸਾਰ ਸਾਗਰ ਤੋਂ ਪਾਰ ਪੈਣ ਦਾ, ਕਰਮ ਸਾਧਨਾ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਗੁਰੂ ਬਖਸ਼ਿਸ਼ ਨੂੰ ਮਾਣਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਅਧਿਆਤਮਕ ਲਾਭ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਵਿਚਾਰ ਰੂਪ ਦੇ ਵਿੱਚ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ। ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਸਾਨੂੰ ਬਖਸ਼ਿਸ਼ ਕਰਕੇ ਨਵਾਜਿਆ ਸੀ। ਪਿਛਲੇ ਸ਼ਲੋਕ ਦੇ ਅੰਤਰਗਤ ਕਬੀਰ ਕੋਠੀ ਕਾਠ ਕੀ ਦਹਿਦਿਸ ਲਾਗੀ ਆਗ। ਜਦੋਂ ਮਨੁੱਖ ਆਪਣੇ ਬਣੇ ਹੋਏ ਸਮੁੱਚੇ ਜੀਵਨ ਪ੍ਰਤੀ ਪੂਰੀ ਤਰ੍ਹਾਂ ਗੁਰੂ ਸ਼ਬਦ ਨਾਲ, ਗਿਆਨ ਦੇ ਨਾਲ, ਆਪਣੇ ਅੰਤਰ ਅਨੁਭਵ ਦੇ ਨਾਲ ਚੇਤੰਨ ਨਹੀਂ ਰਹਿੰਦਾ, ਆਪਣੇ ਬਣੇ ਹੋਏ ਜੀਵਨ ਪ੍ਰਤੀ ਜਦ ਮਨੁੱਖ ਗੁਰੂ ਸ਼ਬਦ ਦੀ ਸਾਧਨਾ ਕਰਕੇ ਗਿਆਨ ਦੇ ਧਨ ਦੇ ਨਾਲ ਪੂਰੀ ਤਰ੍ਹਾਂ ਚੇਤੰਨ ਨਹੀਂ ਰਹਿੰਦਾ, ਤਦ ਮਨੁੱਖ ਦੇ ਜੀਵਨ ਵਿੱਚ ਅਨੇਕਾਂ ਸਮੱਸਿਆਵਾਂ ਜਿਹੜੀਆਂ ਬੜੀਆਂ ਵਿਕਰਾਲ, ਬੜੀਆਂ ਸੂਖਮ ਹੋ ਜਾਂਦੀਆਂ ਨੇ, ਅਤੇ ਉਹ ਸਾਰੀਆਂ ਅੰਤਰੀਵ ਸਮੱਸਿਆਵਾਂ ਮਾਇਆ 'ਤੇ ਕੇਂਦਰਿਤ ਹੁੰਦੀਆਂ ਨੇ। ਅਤੇ ਗਿਆਨਵਾਨ ਪੁਰਸ਼ ਸਮਝਦੇ ਨੇ ਕਿ ਇਹਨਾਂ ਸਮੱਸਿਆ ਦੇ ਰੂਪਾਂ ਦੀ, ਇਹਨਾਂ ਸਮੱਸਿਆਵਾਂ ਦੇ ਪ੍ਰਭਾਵਾਂ ਦੀ ਸਾਨੂੰ ਜਾਣਕਾਰੀ ਹੈ, ਸ਼ਾਇਦ ਸਾਡਾ ਇਹਦੇ ਨਾਲ ਹੀ ਭਲਾ ਹੋ ਜਾਣਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪੰਡਤ ਪੰਡਤ ਜਲ ਮੂਏ, ਮੂਰਖ ਉਬਰੇ ਭਾਗ। ਗਿਆਨ ਦੇ ਵਿਸਥਾਰ ਹੋਣ ਦੇ ਨਾਲ ਨਹੀਂ, ਗਿਆਨ ਦੇ ਨਾਲ ਉਸ ਪੱਖ ਨੂੰ ਸਾਧਿਆ ਵੀ ਹੋਣਾ ਚਾਹੀਦਾ ਹੈ, ਤਾਂ ਕਿ ਪਹਿਲਾਂ ਗਿਆਨ ਦਾ ਧਨ ਆਪਣੇ ਲਈ ਕਿਸੇ ਵੱਡੇ ਆਲਮ ਦਾ ਸਹਾਇਕ ਬਣੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਵਿੱਦਿਆ ਦੇ ਗੁਮਾਨ ਵਿੱਚ ਰਹਿ ਕੇ ਜਾਂ ਗਿਆਨੀ ਭਾਵ ਦੇ ਉੱਤਮ ਪੁਣੇ ਦੇ ਅਹੰਕਾਰ ਵਿੱਚ ਰਹਿ ਕੇ ਕਿਤੇ ਇਹ ਨਾ ਹੋਵੇ ਕਿ ਮਨੁੱਖ ਆਪਣੇ ਜੀਵਨ ਦੀ ਬਾਜ਼ੀ ਨੂੰ ਵਿਅਰਥ ਅਰਥਾਂ ਦੇ ਵਿੱਚ ਹੀ ਹਾਰ ਜਾਵੇ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਸ਼ਲੋਕ ਦੁਆਰਾ ਮਨੁੱਖ ਦੀ ਕੇਂਦਰੀ ਅਤੇ ਵਿਆਪਕ ਸਮੱਸਿਆ ਉੱਪਰ ਚੋਟ ਕੀਤੀ ਹੈ। ਦੁਨੀਆ ਦਾ ਕੋਈ ਵੀ ਮਨੁੱਖ ਨਹੀਂ ਹੈ, ਜਾਂ ਜੇ ਕੋਈ ਹੈ ਤਾਂ ਬਹੁਤ ਹੀ ਅਲਪ ਗਿਣਤੀ ਹੋਏਗੀ, ਕਿ ਜਿਹੜਾ ਮਨੁੱਖ ਸੰਸ਼ੇ ਦੇ ਵਿੱਚ ਨਹੀਂ ਹੈ। ਕਿਸੇ ਨਾ ਕਿਸੇ ਪੱਧਰ 'ਤੇ ਜੀਵਨ ਦੀ ਕਿਸੇ ਨਾ ਕਿਸੇ ਸਥਿਤੀ 'ਤੇ, ਜਿਤਨਾ ਵੀ ਜੀਵਨ ਦਾ ਸਿਲਸਿਲਾ ਹੈ, ਉਹਦੇ ਕਿਸੇ ਨਾ ਕਿਸੇ ਪੜਾਅ 'ਤੇ ਮਨੁੱਖ ਸੰਸ਼ੇ ਦਾ ਸ਼ਿਕਾਰ ਹੁੰਦਾ ਹੈ। ਸੰਸ਼ੇ ਦੇ ਸੰਬੰਧ ਦੇ ਵਿੱਚ ਸੰਸ਼ਾ ਹੁੰਦਾ ਕੀ ਹੈ? ਇੱਕ ਪਾਸੇ ਹੋਣਾ ਵਿਸ਼ਵਾਸ, ਇੱਕ ਪਾਸੇ ਹੋਣਾ ਅਵਿਸ਼ਵਾਸ, ਬੇਵਿਸ਼ਵਾਸੀ। ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਜਿਹੜੀ ਲਟਕਦੀ ਹੋਈ ਅਵਸਥਾ ਹੈ, ਨਾ ਪੂਰੀ ਤਰ੍ਹਾਂ ਵਿਸ਼ਵਾਸ ਵਿੱਚ ਢਲ ਸਕਣਾ, ਨਾ ਪੂਰੀ ਤਰ੍ਹਾਂ ਬੇਵਿਸ਼ਵਾਸੇ ਹੋ ਸਕਣਾ, ਇਹ ਅੱਧ ਵਿੱਚ ਲਟਕਣ ਦੀ ਅਵਸਥਾ ਨੂੰ ਸੰਸ਼ਾ ਕਿਹਾ ਜਾਂਦਾ ਹੈ। ਅਤੇ ਗੁਰਬਾਣੀ ਵਿੱਚ ਜੀਵਨ ਨੂੰ ਸੰਸ਼ਾ ਕਿਹਾ ਗਿਆ। ਸੰਸ਼ਾ ਕਿਵੇਂ ਕਿਹਾ? ਜੀਵਨ, ਜਨਮ ਅਤੇ ਮੌਤ ਦੇ ਵਿੱਚ ਸਾਡਾ ਜੀਵਨ ਲਟਕਦਾ ਹੈ। ਮਨੁੱਖ ਦੇ ਨਾ ਜਨਮ ਦਾ ਮਨੋਰਥ ਚੇਤੇ ਰਹਿੰਦਾ ਹੈ, ਮੌਤ ਦਾ ਭੈ ਸਤਾਉਂਦਾ ਰਹਿੰਦਾ ਹੈ। ਇੱਕ ਸੰਸ਼ਾ ਇਹ ਹੈ। ਇੱਕ ਸੰਸ਼ਾ ਸਾਡੇ ਲਈ ਭੂਤਕਾਲ ਦਾ ਅਤੇ ਭਵਿੱਖ ਦਾ ਵੀ ਚੱਲਦਾ ਹੈ। ਭੂਤਕਾਲ ਦੇ ਵਿੱਚ ਕੀਤੇ ਹੋਏ ਕਰਮਾਂ ਦੀ ਮੈਲ ਬਣ ਗਈ ਹੈ, ਪਛਤਾਵਾ ਬਣ ਗਿਆ ਹੈ,
ਅਤੇ ਉਹਨੂੰ ਵਰਤਮਾਨ 'ਚ ਠੀਕ ਕਰਨ ਦਾ ਪੂਰੀ ਸੋਝੀ ਨਹੀਂ ਬਣ ਰਹੀ ਅਤੇ ਭਵਿੱਖ ਦੀ ਚਿੰਤਾ ਹੋ ਗਈ ਕਿ ਮੇਰੀ ਗਤ ਕਿਵੇਂ ਹੋਵੇਗੀ। ਇਸ ਕਰਕੇ ਸੰਸਾ ਸਾਰਾ ਗੁਰਬਾਣੀ 'ਚ ਭਾਈ ਗੁਰਦਾਸ ਸਾਹਿਬ ਜੀ ਦੇ ਵਾਕ ਨੇ, ਸੰਸਾ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸੁਭਾਇਆ। ਤਾਂ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ, ਕਬੀਰ ਸੰਸਾ ਦੂਰ ਕਰ। ਹਰੇਕ ਨੂੰ ਆਪਣੇ ਆਪਣੇ ਪੱਧਰ ਦਾ ਸੰਸਾ ਹੈ। ਭਗਤ ਨੂੰ ਆਪਣੇ ਸੰਸੇ ਨੇ, ਸੰਸਾਰੀ ਨੂੰ ਆਪਣੇ ਸੰਸੇ ਨੇ। ਸੰਸੇ ਦਾ ਭਾਵ ਦੁਬਿਧਾ, ਤੌਖਲਾ, ਅਵਿਸ਼ਵਾਸ ਦੇ ਵਿੱਚ ਲਟਕਦੇ ਰਹਿਣਾ ਕਿ ਜੀਵਨ ਦਾ ਕੋਈ ਖਾਸ ਕਰਮ ਦਾ ਨਿਰਣਾ ਕਰਨਾ ਹੈ ਅਤੇ ਉਹਨੂੰ ਉਹਦੇ ਬਾਰੇ ਬਹੁਤ ਜ਼ਿਆਦਾ ਸੋਚੀ ਜਾਣਾ, ਪਰ ਉਹਦੀ ਕਿਸੇ ਇੱਕ ਸਪਸ਼ਟ ਸਥਿਤੀ ਨੂੰ ਨਾ ਧਾਰਨ ਕਰ ਸਕਣਾ, ਇਹ ਸੰਸੇਵਾਨ ਮਨੁੱਖਾਂ ਦੀ ਨਿਸ਼ਾਨੀ ਹੈ ਅਤੇ ਦੁਨੀਆਦਾਰਾਂ ਦਾ ਸਾਰਾ ਜੀਵਨ ਸੰਸੇ ਵਿੱਚ ਹੀ ਗਰਕ ਹੋ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਸਾਡੇ ਜੀਵਨ ਦਾ ਅਧਿਆਤਮਿਕ ਮਨੋਰਥ ਮਿਥਿਆ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਗੁਰ ਕੀ ਕਾਰ ਕਮਾਏ। ਇਹ ਸਾਡੇ ਜੀਵਨ ਦਾ ਅਧਿਆਤਮਿਕ ਮਨੋਰਥ ਹੈ। ਬੜੇ ਮਨੁੱਖਾਂ ਨੂੰ ਇਹਦਾ ਬੋਧ ਬੜੇ ਸਮੇਂ 'ਤੇ ਹੋ ਜਾਂਦਾ ਹੈ, ਪਰ ਸਾਰੀ ਜ਼ਿੰਦਗੀ ਇਸ ਦੁਬਿਧਾ ਦੇ ਵਿੱਚ, ਇਸ ਖਾਸ ਤਰ੍ਹਾਂ ਦੇ ਤੌਖਲੇ ਦੇ ਵਿੱਚ ਰਹਿੰਦੇ ਨੇ ਕਿ ਕਦੋਂ ਕੁ ਮੈਂ ਅਧਿਆਤਮਿਕ ਸਾਧਨਾ ਸ਼ੁਰੂ ਕਰਾਂ। ਕਈ ਤਾਂ ਹੈਰਾਨਗੀ ਆਉਂਦੀ ਹੈ, ਪੁੱਛਦੇ ਨੇ ਕਿ ਕਿਹੜੀ ਉਮਰ ਠੀਕ ਰਹੇਗੀ ਜੀ, ਕਿਸ ਉਮਰ ਦੇ ਵਿੱਚ ਅਧਿਆਤਮਿਕ ਸਾਧਨਾ ਸ਼ੁਰੂ ਕਰੇ। ਤਾਂ ਮਨੁੱਖ ਸੁਭਾਵਕ ਆਖੇਗਾ ਕਿ ਪ੍ਰਾਣ ਕਦੋਂ ਸ਼ੁਰੂ ਹੋਏ ਸਨ। ਪ੍ਰਾਣ ਜਨਮ ਦੇ ਸਾਰ ਹੀ ਸ਼ੁਰੂ ਹੋਏ ਸਨ। ਰਿਜ਼ਕ ਮਿਲਣਾ ਜਨਮ ਤੋਂ ਸ਼ੁਰੂ ਹੋਇਆ। ਮਾਤਾ ਪਿਤਾ ਭੈਣ ਭਰਾ ਸੰਬੰਧੀ ਜਨਮ ਤੋਂ ਹੀ ਮਿਲੇ ਨੇ, ਕੋਈ 15-20 ਸਾਲ ਬਾਅਦ ਤਾਂ ਮਿਲੇ ਨਹੀਂ। ਜਦ ਉਸ ਪ੍ਰਭੂ ਨੇ ਇੰਨੇ ਆਧਾਰਾਂ ਦੇ ਨਾਲ ਆਪਣੀ ਹੋਂਦ ਦਾ ਤੈਨੂੰ ਨੇੜਿਓਂ ਅਹਿਸਾਸ ਕਰਾਇਆ ਹੈ, ਤਾਂ ਤੇਰਾ ਉਹ ਅਹਿਸਾਸ ਉਸ ਸਾਰੇ ਪ੍ਰਤੀ ਜਾਗ ਕਿਉਂ ਨਹੀਂ ਰਿਹਾ। ਧੰਨਵਾਦ ਰੂਪ ਦੇ ਵਿੱਚ, ਉਹਦੇ ਗਿਆਨ ਰੂਪ ਦੇ ਵਿੱਚ, ਉਹਦੀ ਸਿਫਤ ਸਲਾਹ ਦੇ ਰੂਪ ਵਿੱਚ ਪਰਮੇਸ਼ਰ ਦੀ ਬੰਦਗੀ ਦਾ ਕਰਮ ਤੇਰੇ ਅੰਦਰ ਬਣ ਕਿਉਂ ਨਹੀਂ ਰਿਹਾ। ਸੰਸਾਰੀ ਮਨੁੱਖ ਇਸ ਕਰਕੇ, ਸੰਸਾਰ ਸ਼ਬਦ ਵੀ ਸੰਸੇ ਤੋਂ ਹੀ ਬਣਿਆ ਕਿ ਜਿਸ ਸੰਸਾਰ ਦੇ ਗੁਰਬਾਣੀ ਵਿੱਚ ਵਾਕ ਹੁੰਦਾ, ਸੰਸਾਰੈ ਮੈਂ ਸਹਿਸਾ ਵਿਆਪੈ, ਕਿ ਜਿਹੜੇ ਸੰਸਾਰਕ ਤਲ 'ਤੇ ਜਿਉ ਰਹੇ ਹਨ ਉਹ ਸੰਸਿਆਂ ਦੇ ਵਿੱਚ ਹਨ। ਅਧਿਆਤਮਿਕ ਮਾਰਗ ਦੀ ਤਰਫ ਚੱਲੀਏ ਕਿ ਜਾਂ 1 ਸਾਲ ਹੋਰ ਰੁਕ ਜਾਈਏ, ਗੁਰੂ ਕੇ ਦੱਸੇ ਹੋਏ ਮਾਰਗ ਨੂੰ ਅਪਣਾ ਲਈਏ ਕਿ ਜਾਂ ਕੁਝ ਸਮਾਂ ਰੁਕ ਜਾਈਏ, ਆਪਣੇ ਜੀਵਨ 'ਚ ਅਧਿਆਤਮਿਕ ਸਾਧਨਾ ਦਾ ਕੋਈ ਢੰਗ ਆਰੰਭ ਕਰ ਦਈਏ ਜਾਂ ਨਾ। ਇਸ ਤਰ੍ਹਾਂ ਦੀ ਬੀਤ ਜਾਂਦੀ ਹੈ ਅਤੇ ਇਹ ਸਾਰੇ ਤਰ੍ਹਾਂ ਦੇ ਹੁੰਦੇ ਹਨ। ਇਸ ਕਰਕੇ ਇੱਕ ਇਹ ਹੈ, ਇਹਦੀ ਫਿਰ ਲੜੀ ਹੈ ਪੂਰੀ ਦੀ ਪੂਰੀ ਸੰਸਿਆਂ ਦੀ ਕਿ ਜਨਮ ਮਰਨ ਦਾ ਬਣਿਆ ਰਹਿੰਦਾ ਹੈ। ਉਦਾਹਰਨ ਦੇ ਤੌਰ 'ਤੇ ਇਸ ਕਰਕੇ 2 ਅਸੀਂ ਪੱਖਾਂ ਦੀ ਵਿਚਾਰ ਆਪਦੇ ਸਨਮੁਖ ਰੱਖਾਂ। ਕਬੀਰ ਸੰਸਾ ਦੂਰ ਕਰ। ਆਮ ਕਰਕੇ ਮਨੁੱਖ ਜਿਹੜਾ ਹੈ ਵਰਤਮਾਨ ਵਿੱਚ ਨਹੀਂ ਰਹਿੰਦਾ। ਅਸੀਂ ਇੱਥੇ ਬੈਠੇ ਹਾਂ, ਜੋ ਵਰਤਮਾਨ ਸਮੇਂ ਦੇ ਵਿੱਚ ਕਰਮ ਕਰ ਰਹੇ ਹਾਂ, ਗੁਰੂ ਸ਼ਬਦ ਦੀ ਸਾਧਨਾ ਬਹੁਤ ਔਖੀ ਸਾਧਨਾ ਹੈ ਕਿ ਮਨੁੱਖ ਇਸ ਸਮੇਂ ਦੇ ਵਿੱਚ ਪੂਰਾ ਇਕਾਗਰ ਹੋ ਜਾਏ। ਘਰ ਤੋਂ ਚੱਲ ਕੇ ਆਇਆ, ਹੋ ਸਕਦਾ ਬੁੱਧੀ ਦੇ ਅੰਦਰ, ਯਾਦਾਸ਼ਤ ਦੇ ਅੰਦਰ, ਮਨ ਦੇ ਤਲ 'ਤੇ ਸੰਸਾਰ ਦੇ ਘਰ ਦੇ ਖਿਆਲ ਚੱਲ ਰਹੇ ਹੋਣ। ਜੇ ਬੰਦਾ ਇਸ ਤਰ੍ਹਾਂ ਦੀ ਮਨੋਬ੍ਰਿਤੀ ਲੈ ਕੇ ਗੁਰੂ ਘਰ ਬੈਠਾ ਹੈ ਅਤੇ ਮਤਾਂ ਜਾਣ ਲੈਣਾ ਕਿ ਉਹ ਸਤਸੰਗੀ ਹੈ, ਉਹ ਸੰਸਾਰੀ ਹੈ, ਇਹ ਠੀਕ ਹੈ ਕਿ ਬਾਹਰੀ ਉਹਨੇ ਕਿਰਿਆ ਅਧਿਆਤਮ ਦੀ ਧਾਰਨ ਕਰ ਲਈ ਹੈ। ਇਹੋ ਜਿਹਾ ਸੰਸਾਰੀ ਜਿਹੜਾ ਹੈ ਉਹ ਹਮੇਸ਼ਾ ਹੀ ਸੰਸੇ ਵਿੱਚ ਰਹਿੰਦਾ। ਉਹਦੇ ਸੰਸੇ ਵਿੱਚ ਰਹਿਣ ਦਾ ਕਾਰਨ ਕੀ ਹੈ ਕਿ ਉਹਦੇ ਕੋਲ ਕੁਝ ਵੀ ਸਪਸ਼ਟ ਨਹੀਂ ਹੋ ਸਕਦਾ। ਉਹ ਆਪਣੇ ਜੀਵਨ ਨੂੰ ਉਹਨੇ ਸੰਸਾਰ ਦੀ ਪਕੜ ਵਿੱਚ ਇੰਨਾ ਜ਼ਿਆਦਾ ਗ੍ਰਸਤ ਕੀਤਾ ਹੋਇਆ ਹੈ ਕਿ ਇੱਥੇ ਆ ਕੇ ਵੀ ਉਹਨੂੰ ਸੰਸਾਰ ਦੇ ਸੰਸੇ ਕਿਸੇ ਨਾ ਕਿਸੇ ਪੱਖ ਵੱਲ ਖਿੱਚਦੇ ਰਹਿੰਦੇ ਹਨ। ਇਸ ਕਰਕੇ ਸੰਸਾਰੀ ਬੰਦੇ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਉਹ ਕਦੀ ਵਰਤਮਾਨ 'ਚ ਨਹੀਂ ਹੋਏਗਾ। ਉਹਦੇ ਕੋਲੋਂ ਬੀਤੇ ਦਾ ਜ਼ਿਕਰ ਹੋਏਗਾ ਅਤੇ ਭਵਿੱਖ ਦੀਆਂ ਚਿੰਤਾਵਾਂ ਹੋਣਗੀਆਂ। ਵਰਤਮਾਨ 'ਚ ਉਹਦੇ ਕੋਲ ਕੀ ਹੈ, ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੋਏਗਾ। ਤਾਂ ਕਰਕੇ ਸਾਨੂੰ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ, ਕਬੀਰ ਸੰਸਾ ਦੂਰ ਕਰ। ਜਿਤਨੇ ਵੀ ਪ੍ਰਕਾਰ ਦੇ ਉਪਜਦੇ ਨੇ ਕਿ ਵਰਤਮਾਨ 'ਚ ਨਹੀਂ ਟਿਕ ਰਿਹਾ, ਆਪਣੇ ਵਰਤਮਾਨ ਜੀਵਨ ਦੀ ਤੋਰ ਨੂੰ ਨਹੀਂ ਸਮਝ ਰਿਹਾ ਕਿ ਇਹਨੂੰ ਕਿਵੇਂ ਸਫਲਾ ਕਰਨਾ ਹੈ, ਇਹ ਸੋਚ ਰਿਹਾ ਕਿ ਨਰਕ ਕਿਵੇਂ ਦੇ ਹੁੰਦੇ ਨੇ, ਇਹ ਸੋਚ ਰਿਹਾ ਮੁਕਤੀ ਕਿਵੇਂ ਮਿਲੇਗੀ। ਜਿਹੜਾ ਵਰਤਮਾਨ ਹੈ ਉਹਦਾ ਪ੍ਰਯੋਗ ਠੀਕ ਢੰਗ ਨਾਲ ਕਰ ਨਹੀਂ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੰਸਾ ਦੂਰ ਕਰ, ਇਹਨੂੰ ਥੋੜ੍ਹਾ ਦੂਰ ਕਰਨ ਦਾ ਯਤਨ ਕਰ। ਸਤਿਗੁਰੂ ਅਸੀਂ ਆਨੰਦ ਸਾਹਿਬ ਦੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ। ਵਾਕ ਆਉਂਦੇ ਹਨ, ਕਰਮੀ ਸਹਿਜ ਨ ਉਪਜੈ, ਬਿਨ ਸਹਿਜੇ ਸਹਸਾ ਨਾ ਜਾਏ। ਜੀਵਨ ਦੇ ਵਿੱਚ ਕਿਸੇ ਤਰੀਕੇ ਨਾਲ ਤਾਂ ਨਿਸ਼ਚਿਤ ਚੱਲਣਾ ਹੀ ਪਏਗਾ,
ਚਾਹੇ ਸੰਸਾਰ ਦੀ ਤਰਫ ਚੱਲ ਲਓ, ਪਰ ਸਮੱਸਿਆ ਇਹ ਹੈ ਕਿ ਜਦੋਂ ਮਨੁੱਖ ਬਿਲਕੁਲ ਸੰਸਾਰ ਦੀ ਤਰਫ ਚੱਲਣ ਲੱਗ ਪੈਂਦਾ, ਉਹਦੇ ਮਨ ਅੰਦਰ ਫਿਰ ਵੀ ਸੰਸਾਰ ਰਹਿ ਜਾਂਦਾ ਹੈ। ਬੜੇ ਐਸੇ ਸੰਸਾਰੀ ਮਿਲਦੇ ਨੇ, ਆਪਣੇ ਉਂਝ ਜੀਵਨ ਭਰਪੂਰ ਹੈ ਪਦਾਰਥ ਦੇ ਨਾਲ, ਪ੍ਰਸਿੱਧੀ ਦੇ ਨਾਲ, ਪਰ ਮਨ ਦੇ ਵਿੱਚ ਕਹਿਣਗੇ ਜੀ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਅਧਿਆਤਮ ਦਾ ਪ੍ਰਯੋਜਨ ਨਹੀਂ ਕਰ ਸਕੇ। ਮੈਂ ਤਾਂ ਆਪਣੀ ਦਫਾ ਜ਼ਿੰਦਗੀ 'ਚ ਇੱਕ ਦੋ ਇਨਸਾਨ ਦੇਖੇ ਨੇ ਜਿਹੜੇ ਅਰਬਪਤੀ ਹੋਣ ਦੇ ਬਾਵਜੂਦ ਆਪਣੀ ਜੀਵਨ ਦੇ ਅੰਤਲੇ ਸਮੇਂ ਦੇ ਵਿੱਚ ਅਧਿਆਤਮਿਕ ਮਾਰਗ ਦੀ ਤਰਫ ਚੱਲ ਪਏ, ਨਹੀਂ ਤੇ ਨਹੀਂ ਚੱਲਦੇ ਨੇ ਲੋਕ, ਸਾਰੀ ਜ਼ਿੰਦਗੀ ਨਿਕਲ ਜਾਂਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੰਸਾ ਦੂਰ ਕਰ, ਜਿਤਨੇ ਜੀਵਨ 'ਚ ਤੌਖਲੇ ਬਣੇ। ਇੱਕ ਹੋਰ ਸੰਸਾ ਹੈ ਜਿਹੜਾ ਵੱਡੇ ਪੱਧਰ 'ਤੇ ਚੱਲਦਾ ਹੈ, ਉਹ ਸੰਸਾ ਹੈ ਕਿ ਅਕਾਲ ਪੁਰਖ ਦੀ ਹਸਤੀ ਹੈ ਜਾਂ ਨਹੀਂ। ਕਈ ਇਸ ਪ੍ਰਤੀ ਬੜੇ ਬੇਵਿਸ਼ਵਾਸੇ ਰਹਿੰਦੇ ਹਨ ਕਿ ਜੀ ਉਹ ਜਿਸ ਰੂਪ ਦੇ ਵਿੱਚ ਅਸੀਂ ਤੱਕਦੇ ਹਾਂ ਉਵੇਂ ਸਾਨੂੰ ਦੇਖਣ ਨੂੰ ਮਿਲਦੀ ਨਹੀਂ, ਕਿ ਉਹ ਹਸਤੀ ਹੈ ਜਾਂ ਨਹੀਂ। ਇਸ ਸੰਬੰਧ ਦੇ ਵਿੱਚ ਵੀ ਬੜੀ ਵਿਚਾਰ ਬੜਿਆਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਸੰਸ਼ੇ ਨੂੰ ਵੀ ਦੂਰ ਕਰ ਦੇ। ਫਿਰ ਇਸ ਤੋਂ ਅੱਗੇ ਕਈ ਹੋਰ ਸੰਸ਼ੇ ਦੇ ਵਿੱਚ ਰਹਿੰਦੇ ਨੇ। ਇਸ ਸੰਸ਼ੇ ਦਾ ਸ਼ਾਇਦ ਆਪ ਜੀ ਨੂੰ ਇਲਮ ਨਾ ਹੋਵੇ। ਕਈ ਸਿੱਖ ਮੱਤ ਦੇ ਵਿੱਚ ਉਹਨਾਂ ਦਾ ਸਿੱਖ ਘਰ ਦੇ ਵਿੱਚ ਜਨਮ ਹੋਇਆ ਹੈ, ਪਰਿਵਾਰ ਦੀ ਮਰਜ਼ਾਦਾ ਸਿੱਖੀ ਜੀਵਨ ਵਾਲੀ ਹੈ। ਪ੍ਰਸ਼ਨ ਪੁੱਛ ਰਹੇ ਨੇ ਗੁਰੂ ਕਿਸ ਨੂੰ ਧਾਰਨ ਕਰਾਂ। ਇਹ ਵੀ ਇੱਕ ਤਰ੍ਹਾਂ ਦਾ ਸੰਸ਼ਾ ਦੁਬਿਧਾ ਦੇ ਵਿੱਚ ਨੇ। ਕਈ ਫਿਰ ਇਸ ਤਰ੍ਹਾਂ ਦੇ ਨੇ, ਫਿਰ ਧਰਮ ਦਾ ਕਿਹੜਾ ਰੂਪ ਧਾਰਨ ਕਰਾਂ ਜੀ, ਇਸ ਗੱਲ ਦਾ ਵੀ ਸੰਸ਼ਾ ਹੈ। ਮਤਲਬ ਹਰ ਵੇਲੇ ਮਨੁੱਖ ਇਹਨਾਂ ਚੀਜ਼ਾਂ ਦੇ ਵਿੱਚ ਘਿਰਿਆ ਰਹਿੰਦਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੰਸ਼ਾ ਦੂਰ ਕਰ। ਮੈਂ ਪੰਜਾਬ ਦਾ ਕੋਈ ਬੀਤੇ ਸਮੇਂ 'ਚ ਮੁੱਖ ਮੰਤਰੀ ਹੋਇਆ, ਉਹ ਕਿਸੇ ਦਵਾ ਜਾ ਰਿਹਾ ਸੀ ਕਿਤੇ, ਉਹਦੀ ਗੱਡੀ ਦੇ ਹੇਠ ਆ ਕੇ ਕੋਈ ਜਾਨਵਰ ਮਾਰਿਆ ਗਿਆ। ਉਹਨੇ ਸੁਭਾਵਕ ਆਪਣੇ ਡਰਾਈਵਰ ਨੂੰ ਪੁੱਛਿਆ, ਕਹਿੰਦਾ ਤੈਨੂੰ ਪਤਾ ਕਿਉਂ ਮਾਰਿਆ ਗਿਆ? ਕਹਿੰਦਾ ਨਹੀਂ ਜੀ, ਕੁਦਰਤੀ ਥੱਲੇ ਆਉਣਾ ਮਾਰਿਆ ਗਿਆ ਸੀ। ਕਹਿੰਦਾ ਨਹੀਂ, ਥੱਲੇ ਆਉਣ ਨਾਲ ਨਹੀਂ ਮਾਰਿਆ ਗਿਆ, ਇਹ ਇਸ ਕਰਕੇ ਸੀ ਕਿ ਕਹਿੰਦਾ ਇਹਨੇ ਦੂਰ ਤੋਂ ਦੇਖ ਲਿਆ ਸੀ ਕਿ ਗੱਡੀ ਆ ਰਹੀ ਹੈ ਸਾਡੀ। ਕਹਿੰਦਾ ਇਹ ਵੀ ਕਿਨਾਰੇ 'ਤੇ ਖਲੋਤਾ ਸੀ, ਇਹਨੂੰ ਪਤਾ ਹੈ ਜੇ ਦੂਰੀ ਹੈ ਮੇਰੇ ਤੇ ਗੱਡੀ ਦੇ ਵਿਚਕਾਰ, ਕਾਰ ਦੇ ਵਿਚਕਾਰ ਦੂਰੀ ਹੈ। ਕਹਿੰਦਾ ਇਹਦੇ ਕੋਲ ਨਿਰਣਾ ਨਹੀਂ ਹੋ ਸਕਿਆ ਜਦੋਂ ਤੱਕ ਇਹਨੇ ਆਪਣੀ ਕਸ਼ਮਕਸ਼ ਦੇ ਵਿੱਚੋਂ ਨਿਰਣਾ ਕੱਢ ਕੇ ਸੜਕ ਨੂੰ ਪਾਰ ਕਰਨ ਦੀ ਸੋਚੀ, ਉਦੋਂ ਤੱਕ ਸਾਡੀ ਗੱਡੀ ਇਹਦੇ ਨੇੜੇ ਆ ਚੁੱਕੀ ਸੀ ਅਤੇ ਆਖਰ ਇਹ ਮਾਰਿਆ ਗਿਆ। ਜੇ ਪਹਿਲੇ ਪੱਧਰ 'ਤੇ ਜਦੋਂ ਇਹ ਸੜਕ ਦੇ ਕਿਨਾਰੇ ਆਇਆ ਨਿਰਣਾ ਕਰ ਲੈਂਦਾ ਅਤੇ ਸੜਕ ਪਾਰ ਕਰ ਜਾਂਦਾ, ਇਹਦੀ ਆਪਣਾ ਕਰਮ ਪੂਰਾ ਹੋ ਜਾਣਾ ਸੀ, ਸਾਡਾ ਆਪਣਾ ਹੋ ਜਾਣਾ ਸੀ, ਟਕਰਾਅ ਨਹੀਂ ਹੋਣਾ ਸੀ ਅਤੇ ਇਹਦਾ ਜੀਵਨ ਨਹੀਂ ਜਾਣਾ ਸੀ। ਇੰਝ ਹੀ ਸੰਸਾ ਮਨੁੱਖ ਦੇ ਜੀਵਨ 'ਚ ਬਣਦਾ ਹੈ। ਅੱਜ ਨਹੀਂ ਜੀ, ਥੋੜ੍ਹਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਲਾਂ, ਧੀਆਂ ਪੁੱਤਰ ਸੈੱਟ ਕਰਨੇ ਨੇ, ਉਹ ਸੈੱਟ ਹੋ ਗਏ, ਬਾਅਦ 'ਚ ਥੋੜ੍ਹਾ ਜਿਹਾ ਹੋਰ ਅੱਗੇ ਚਲਿਆ ਜਾਂਦਾ, ਉਸ ਤੋਂ ਅੱਗੇ ਹੋਰ ਚਲਿਆ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਸੰਸ਼ੇ ਦੇ ਵਿੱਚ ਆਰਜਾ ਗਈ ਵਿਹਾਏ ਧੰਦਾ ਧਾਇਆ, ਕਿਤੇ ਨਹੀਂ ਇਹਦਾ ਰੁਕਣ ਦਾ ਨਾਮ ਆਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਰ ਕਰ, ਇਹ ਸਾਡੀ ਸਾਧਨਾ, ਇਹਨੂੰ ਦੂਰ ਕਰ। ਦੂਰ ਕਰਨ ਦਾ ਭਾਵ ਕੀ ਹੈ ਕਿ ਸਪਸ਼ਟ ਹੋ ਕੇ ਚੱਲ ਜੀਵਨ ਦੇ ਵਿੱਚ। ਜੇ ਸਪਸ਼ਟ ਹੋ ਕੇ ਚੱਲੇਗਾ ਤਾਂ ਕਿਸੇ ਥਾਂ ਤੇਰੀ ਪ੍ਰਤੀਤ ਪੈ ਜਾਏਗੀ। ਇਸ ਕਰਕੇ ਅਸੀਂ ਜਿਵੇਂ ਸੰਸਾਰ ਦੇ ਵਿੱਚ ਡਬਲ ਮਾਈਂਡਡ ਬੰਦਾ ਪ੍ਰਵਾਨ ਨਹੀਂ ਕਰਦੇ, ਜਿਹਦੀ ਦੋਹਰੀ ਤਰ੍ਹਾਂ ਦੀ ਸੋਚਣੀ ਹੁੰਦੀ ਹੈ, ਅਸੀਂ ਉਹਨੂੰ ਬਹੁਤਾ ਚੰਗਾ ਨਹੀਂ ਸਮਝਦੇ। ਜਦ ਇੱਕ ਸੰਸਾਰ ਦੇ ਵਿੱਚ ਇਸ ਤਰ੍ਹਾਂ ਦਾ ਬੰਦਾ ਨਹੀਂ ਆਪਣੀ ਸਫਲਤਾ ਨੂੰ ਪੁੱਜ ਸਕਦਾ, ਤਾਂ ਅਧਿਆਤਮ ਦੇ ਵਿੱਚ ਇਸ ਤਰ੍ਹਾਂ ਦਾ ਬੰਦਾ ਕਿਵੇਂ ਪੂਰਾ ਪੁੱਗ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੰਸਾ ਦੂਰ ਕਰ। ਜੀਵਨ ਦੇ ਵਿੱਚ ਜਿੰਨੇ ਸੰਸ਼ੇ ਪੈਦਾ ਹੋ ਰਹੇ ਨੇ ਉਹਨਾਂ ਸਾਰਿਆਂ ਨੂੰ ਦੂਰ ਕਰ। ਅਤੇ ਦੂਰ ਕਰਨ ਦਾ ਇੱਕ ਢੰਗ ਹੈ, ਦੂਰ ਕਰਨ ਦਾ ਢੰਗ ਹੈ ਸ਼ਬਦ ਦੇ ਗਿਆਨ ਨਾਲ ਜੁੜਨਾ ਪਏਗਾ। ਸ਼ਬਦ ਦੇ ਗਿਆਨ ਨਾਲ ਜੁੜੇਗਾ ਤਾਂ ਸਮਝ ਆਏਗੀ ਕਿ ਜੀਵਨ ਜੰਮਣ ਮਰਨ ਦੋ ਨਹੀਂ ਹਨ, ਜੰਮਣ ਮਰਨ ਇੱਕ ਹੀ ਹੈ। ਦੇਹ ਦਾ ਸਿਲਸਿਲਾ ਸ਼ੁਰੂ ਹੋਵੇ ਤਾਂ ਉਹਨੂੰ ਜਨਮ ਕਹਿੰਦੇ ਨੇ, ਦੇਹ ਦਾ ਸਿਲਸਿਲਾ ਖਤਮ ਹੋਣਾ ਹੋਵੇ ਤਾਂ ਉਹਨੂੰ ਮਰਨ ਕਹਿੰਦੇ ਨੇ। ਪਰ ਜੀਵਨ ਸਦੀਵੀ ਹੈ। ਦੇਹ ਦਾ ਜੀਵਨ ਜਿਹੜਾ ਹੈ ਉਹ ਵਿਨਸਣ ਵਾਲਾ ਹੈ, ਪਰ ਆਤਮਾ ਦਾ ਜੀਵਨ ਸਦੀਵੀ ਹੈ। ਇਸ ਕਰਕੇ ਜਨਮ ਮਰਨ ਦਾ ਸੰਸ਼ਾ ਹੀ ਮੁੱਕ ਜਾਏਗਾ ਕਿ ਅਸੀਂ ਮਰਾਂਗੇ, ਕੱਲ੍ਹ ਮਰਾਂਗੇ, ਪਰਸੋਂ ਮਰਾਂਗੇ, ਕਦੋਂ ਮਰ ਜਾਈਏ, ਇਸ ਗੱਲ ਦਾ ਸੰਸ਼ਾ ਹੀ ਮੁੱਕ ਜਾਏਗਾ। ਦੂਜਾ, ਜੀਵਨ ਦੇ ਵਿੱਚ ਸੁੱਖ ਦੁੱਖ ਦੋ ਨਹੀਂ ਹਨ, ਜੀਵਨ ਇੱਕ ਹੈ। ਜਿਸ ਹਾਲਤ ਦੇ ਵਿੱਚ ਮਨੁੱਖ ਦੇ ਮਨ ਨੂੰ ਅਨੁਕੂਲ ਲੱਗਦਾ ਹੈ, ਮਨੁੱਖ ਉਹਨੂੰ ਕੀ ਕਹਿੰਦੇ ਹਨ, ਸੁੱਖ ਕਹਿ ਲੈਂਦਾ ਹੈ। ਜਿਹੜੀ ਹਾਲਤ ਇਹਨੂੰ ਪ੍ਰਤੀਕੂਲ ਲੱਗਦੀ ਹੈ, ਆਪੋਜਿਟ ਲੱਗਦੀ ਹੈ,
ਅਤੇ ਉਹਨੂੰ ਇਹ ਦੁੱਖ ਕਹਿ ਲੈਂਦਾ। ਜੀਵਨ ਦੇ ਵਿੱਚ ਹਾਲਤਾਂ ਦੋਵੇਂ ਹੀ ਨੇ। ਇੱਕ ਹਾਲਤ ਹੈ ਅਸੀਂ ਸੰਗਿਆ ਦਿੱਤੀ ਹੋਈ ਹੈ। ਜੀਵਨ ਦੇ ਵਿੱਚ ਇੱਕ ਹਾਲਤ ਹੈ ਜਦੋਂ ਕੋਲ ਭਰਪੂਰਤਾ ਹੋਵੇ ਅਤੇ ਉਦੋਂ ਉਹਨੂੰ ਅਮੀਰੀ ਕਹਿ ਦਿੰਦਾ ਹੈ, ਜਦੋਂ ਕੋਲ ਕੱਖ ਨਾ ਹੋਵੇ ਉਦੋਂ ਉਹਨੂੰ ਗਰੀਬੀ ਕਹਿ ਦਿੰਦਾ। ਇਹ ਅਸੀਂ ਹਾਲਤਾਂ ਸਿਰਜੀਆਂ ਨੇ। ਆਕਾਸ਼ ਤਾਂ ਉਹੀ ਰਹਿੰਦਾ ਹੈ, ਤਾਂ ਅਸੀਂ ਹਾਲਤ ਸਿਰਜੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਰ ਕਰ। ਇਸ ਕਰਕੇ ਗੁਰੂ ਸ਼ਬਦ ਦੇ ਗਿਆਨ ਨਾਲ ਤੈਨੂੰ ਜਾਣਨਾ ਪਏਗਾ। ਗੁਰੂ ਸ਼ਬਦ ਦਾ ਗਿਆਨ ਤੇਰੀ ਬੁੱਧੀ ਦੀ ਸਮ ਅਵਸਥਾ ਬਣਾਏਗਾ ਕਿ ਚੀਜ਼ਾਂ ਨੂੰ ਤੂੰ ਸਮ ਢੰਗ ਨਾਲ ਲੈਣਾ ਸ਼ੁਰੂ ਕਰ ਦੇਂਗਾ। ਇਸ ਕਰਕੇ ਜਿਹਨੇ ਗੁਰੂ ਸ਼ਬਦ ਦੇ ਅਨੁਸਾਰ ਹੋਣਾ ਹੈ ਉਹਦੀ ਵਿਸ਼ੇਸ਼ ਤਰ੍ਹਾਂ ਦੀ ਮੰਗ ਰਹਿ ਹੀ ਨਹੀਂ ਜਾਂਦੀ। ਕਿਉਂ ਨਹੀਂ ਰਹਿ ਜਾਂਦੀ? ਕਿ ਉਹ ਚੀਜ਼ਾਂ ਨੂੰ ਇੱਕੋ ਜਾਣ ਲੈਂਦਾ ਹੈ। ਇਸ ਕਰਕੇ ਉਹ ਕਹਿੰਦਾ ਜੇ ਸੁੱਖ ਦੇਹ ਤਾਂ ਤੁਝੇ ਆਰਾਧੀ। ਜੇ ਸੁੱਖ ਦੇਂਗਾ ਤਾਂ ਚੰਗੀ ਗੱਲ ਹੈ, ਕਿਉਂਕਿ ਤੇਰੀ ਭਗਤੀ ਦਾ ਕਰਮ ਜ਼ਿਆਦਾ ਸ਼ਿੱਦਤ ਨਾਲ ਕਰਾਂਗੇ ਫਿਰ ਥੋੜ੍ਹਾ ਉਹਦੇ ਵਿੱਚ ਹੋ ਸਕਦਾ ਹੈ। ਦੁੱਖ ਵੀ ਤੁਝੇ ਧਿਆਈ। ਅਤੇ ਦੁੱਖ ਦਾ ਹੋਰ ਫਾਇਦਾ ਹੈ ਕਿ ਜਿਹੜੀ ਭਾਵਨਾ ਮਾੜੀ ਮੋੜ ਕੇ ਭਟਕਣੀ ਹੈ, ਜਦੋਂ ਸਾਰੇ ਸਾਧ ਛੱਡ ਗਏ ਤਾਂ ਫਿਰ ਤੂੰ ਇਕੱਲਾ ਹੀ ਯਾਦ ਰਹਿ ਜਾਏਗਾ ਅਤੇ ਯਾਦ ਕਰਨਾ ਜ਼ਿਆਦਾ ਵਧੀਆ ਹੋਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਰ ਕਰ, ਇਹਦੇ ਲਈ ਥੋੜ੍ਹਾ ਯਤਨ ਕਰ। ਅਤੇ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਪੰਡਤ ਨੂੰ ਕਿਹਾ ਹੋਇਆ। ਕਹਿੰਦੇ ਕਾਗਜ਼ ਦੇਹ ਬਹਾਏ। ਅਤੇ ਜਿਹੜੇ ਤੂੰ ਧਰਮ ਗ੍ਰੰਥਾਂ ਨੂੰ ਰੋਜ਼ ਪੜ੍ਹ ਕੇ ਉਹਨਾਂ ਦੀ ਵਿਚਾਰ ਕਰਦਾ ਹੈ, ਪਾਠ ਕਰਦਾ ਹੈ, ਉਹਨਾਂ ਦੀ ਚਿੰਤਨ ਕਰਦਾ ਹੈ, ਉਹਦੇ ਉੱਪਰ ਦੇਹ ਬਿਹਾਏ, ਅਤੇ ਉਹਨਾਂ ਨੂੰ ਆਪਣੇ ਜੀਵਨ 'ਚੋਂ ਥੋੜ੍ਹਾ ਸਾਈਡ 'ਤੇ ਕਰ ਦੇ। ਆਪਣੇ ਜੀਵਨ ਵਿੱਚ ਉਹਨਾਂ ਦਾ ਜਿਹੜਾ ਤੂੰ ਮੱਥਿਆ ਜਾਣਿਆ ਸਮਝਿਆ ਭਾਵ ਹੈ ਉਹਨੂੰ ਥੋੜ੍ਹਾ ਵਿਸ਼ਰਾਮ ਦੇ ਦੇ। 52 ਅੱਖਰ ਸੋਧ ਕੈ ਹਰ ਚਰਨੀ ਚਿੱਤ ਲਾਏ। ਜਿਹੜੀ ਸੰਸਕ੍ਰਿਤ ਦੀ ਵਰਣਮਾਲਾ ਹੈ ਉਹ 52 ਅੱਖਰਾਂ ਦੀ ਬਣਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਕਿ 52 ਅੱਖਰ ਸੋਧ ਕੈ। ਇਹਨਾਂ ਅੱਖਰਾਂ ਦੇ ਵਿਸਥਾਰ 'ਚ ਨਾ ਪੈ ਕੇ ਬਹੁਤ ਜ਼ਿਆਦਾ ਵਾਕ ਸ਼ਬਦ ਜਾਣ ਲਵਾਂ। ਇੱਕ ਅੱਖਰ ਦੇ ਉੱਪਰ ਕੇਂਦਰਿਤ ਹੋ ਕੇ ਮਾਲਕ ਦੇ ਜੀਵਨ ਦੇ ਮਾਲਕ ਦੇ ਭੇਦ ਨੂੰ, ਜੀਵਨ ਦੇ ਭੇਦ ਨੂੰ ਸਮਝਣ ਦਾ ਯਤਨ ਕਰ, ਇੱਕੋ ਅੱਖਰ ਦੇ ਉੱਪਰ ਇਕਾਗਰ ਰਹਿ ਕੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਕਬੀਰ ਸੰਸਾ ਦੂਰ ਕਰ ਕਾਗਜ਼ ਦੇਹ ਬਿਹਾਏ। ਹੁਣ ਸਮੱਸਿਆ ਭਗਤ ਕਬੀਰ ਸਾਹਿਬ ਜੀ ਨੇ ਹੁਣ ਇੱਕ ਆਮ ਸੰਸਾਰੀ ਬੰਦੇ ਨੂੰ ਤਾਂ ਸੰਸਾ ਹੋਵੇ, ਇਹ ਤਾਂ ਗੱਲ ਮੰਨਣ ਚਾਹੁੰਦੀ ਹੈ। ਗਿਆਨੀ ਬੰਦਾ ਜਾਂ ਵਿਚਾਰਵਾਨ ਬੰਦਾ ਕਿਸੇ ਸੰਸੇ ਵਿੱਚ ਪਿਆ ਰਵੇ, ਇਹ ਗੱਲ ਥੋੜ੍ਹੀ ਅਣਉਚਿਤ ਹੈ। ਵਿਚਾਰਵਾਨ ਸੰਸੇ ਵਿੱਚ ਕਿਉਂ ਹੁੰਦਾ, ਇਹਦਾ ਵੀ ਅਨੁਭਵ ਆਪਦੇ ਸਨਮੁਖ ਰੱਖਦੇ ਹਾਂ। ਵਿਚਾਰਵਾਨ ਸੰਸੇ ਵਿੱਚ ਇਸ ਕਰਕੇ ਹੁੰਦਾ ਹੈ ਕਿ ਆਪਣੀ ਗਿਆਨ ਦੀ ਸਾਧਨਾ ਦੇ ਨਾਲ ਜਿਹੜਾ ਸਿਖਰ ਹੈ ਉਹਦਾ ਉਹਨੂੰ ਇਲਮ ਹੋ ਜਾਂਦਾ ਕਿ ਸਿਖਰ ਕੀ ਹੈ, ਅੱਜ ਸਾਡੇ ਜੀਵਨ ਦਾ ਅੰਤਮ ਸਿੱਟਾ ਕੀ ਹੈ, ਨਤੀਜਾ ਕੀ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਆਪਣੇ ਗਿਆਨ ਦੇ ਜਿਹੜੀ ਸਾਧਨਾ ਉਹਦੇ ਜ਼ੋਰ ਦੇ ਨਾਲ। ਇਹ ਪਹਿਲਾ ਪੱਖ ਹੈ। ਦੂਜਾ ਪੱਖ ਹੈ ਕਿ ਉਹ ਗਿਆਨਵਾਨ ਵਿਚਾਰਵਾਨ ਜਦੋਂ ਆਪਣੇ ਸਿਖਰ ਨੂੰ ਜਾਣ ਲੈਂਦਾ ਅਧਿਆਤਮ ਨੂੰ ਤਾਂ ਫਿਰ ਹੁੰਦਾ ਕੀ ਹੈ ਕਿ ਉਹਦਾ ਜਿਹੜਾ ਜੀਵਨ ਹੁੰਦਾ ਹੈ ਉਹ ਕਈ ਵਾਰੀ ਇੰਨਾ ਸਮਰੱਥ ਨਹੀਂ ਹੁੰਦਾ ਕਿ ਉਸ ਆਦਰਸ਼ ਨੂੰ ਪਹੁੰਚ ਜਾਵੇ। ਉਹਦੇ ਅੰਦਰ ਉਹਦਾ ਯਤਨ, ਉਹਦਾ ਤਾਣ, ਉਹਦਾ ਭਰੋਸਾ, ਉਹਦੀ ਸਾਰੀ ਕਿਰਿਆ, ਉਹਦੀ ਕਰਮਸ਼ੀਲਤਾ ਐਡੀ ਵੱਡੀ ਨਹੀਂ ਹੁੰਦੀ ਕਿ ਉਹ ਆਪਣੇ ਆਦਰਸ਼ ਨੂੰ ਪਹੁੰਚ ਜਾਵੇ ਜਿਸ ਨੂੰ ਉਹਨੇ ਸੱਚ ਜਾਣਿਆ। ਮਤਲਬ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਆਖ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਇਹਦਾ ਉਹਨੇ ਅਨੁਭਵ ਬੜਾ ਕਰ ਲਿਆ ਹੁੰਦਾ ਹੈ, ਪਰ ਉਸ ਅਨੁਭਵ 'ਤੇ ਉਹਦੇ ਕੋਲ ਟਿਕਿਆ ਨਹੀਂ ਜਾਂਦਾ। ਉਹਦੀ ਅਵਸਥਾ ਬਾਰ-ਬਾਰ ਹੇਠਾਂ ਆਉਂਦੀ ਹੈ ਜਾਂ ਡਗਮਗਾਉਂਦੀ ਰਹਿੰਦੀ ਹੈ। ਇਸ ਕਰਕੇ ਵਿਚਾਰਵਾਨ ਤਾਂ ਸੰਸਿਆਂ ਦੇ ਵਿੱਚ ਰਹਿੰਦੇ ਨੇ। ਅਤੇ ਗੁਰੂ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਪੰਡਤ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਸੰਸਾ ਦੂਰ ਕਰ, ਕਿ ਤੂੰ ਜੇ ਗਿਆਨ ਦੀ ਵਿਚਾਰ ਨਾਲ ਜੁੜ ਗਿਆ ਹੈ ਤਾਂ ਗਿਆਨ ਦੀ ਵਿਚਾਰ ਦੇ ਨਾਲ ਤੈਨੂੰ ਤੇਰਾ ਆਦਰਸ਼ ਪਤਾ ਲੱਗ ਗਿਆ ਹੈ ਕਿ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਕਿ ਉਦਾਹਰਨ ਦੇ ਤੌਰ 'ਤੇ ਕੀ ਇੱਕ ਖੇਲ ਬਣਿਆ। ਹੁਣ ਦੇਖੋ ਆ ਕਿੰਨੀਆਂ ਖੇਡਾਂ ਚੱਲਦੀਆਂ ਨੇ ਜਗਤ ਵਿੱਚ। ਉਹਦੇ ਵਿੱਚ ਦੇਖੋ ਦੋ ਟੀਮਾਂ ਖੇਡਦੀਆਂ ਨੇ। ਇੱਕ ਨੂੰ ਅਸੀਂ ਜਿੱਤਣ ਦੀ ਸੰਗਿਆ ਦੇ ਦਿੰਦੇ ਹਾਂ, ਇੱਕ ਹਾਰਨ ਨੂੰ ਸੰਗਿਆ ਦੇ ਦਿੰਦੇ ਹਾਂ, ਉਹਦਾ ਨਾਮ ਦੇ ਦਿੰਦੇ ਜਿੱਤ ਹਾਰ। ਪਰ ਜੇ ਠੀਕ ਢੰਗ ਨਾਲ ਉਸ ਨੂੰ ਵਾਚੀਏ ਤਾਂ ਉਹਦੇ ਵਿੱਚ ਸਮਝ ਪੈਂਦੀ ਹੈ ਕਿ ਯਤਨ ਦੋਵਾਂ ਦਾ ਸੀ ਔਰ ਦੋਵਾਂ ਨੇ ਸ਼ਿੱਦਤ ਲਗਾਈ, ਪੂਰਾ ਯਤਨ ਕੀਤਾ ਆਪਣਾ। ਜਿਹਦਾ ਯਤਨ ਅੱਗੇ ਚੱਲ ਗਿਆ ਉਹਨੂੰ ਅਸੀਂ ਜਿੱਤ ਕਹਿ ਦਿੱਤਾ। ਅਤੇ ਇਹ ਸੰਸਾਰ ਦੇ ਪੈਮਾਨੇ ਨੇ। ਜੇ ਅਧਿਆਤਮ ਦੇ ਤੌਰ 'ਤੇ ਦੇਖਾਂਗੇ ਅਤੇ ਆਖਾਂਗੇ ਕੋਈ ਜਿੱਤਿਆ ਨਹੀਂ, ਕੋਈ ਹਰਿਆ ਨਹੀਂ, ਕਿਉਂਕਿ ਯਤਨ ਦੋਵਾਂ ਦਾ ਬਰਾਬਰ ਹੈ। ਇਹ ਠੀਕ ਹੈ ਕਿ ਜਿਹਦਾ ਯਤਨ ਇੱਕ ਕਦਮ ਵੱਧ ਚੱਲ ਗਿਆ ਸੰਸਾਰ ਨੇ ਉਹਦਾ ਟਾਈਟਲ ਜਿੱਤ ਬਣਾ ਦਿੱਤਾ, ਅਤੇ ਜਿਹਦਾ ਯਤਨ, ਇਸ ਕਰਕੇ ਜਿਹੜੇ ਹਾਰਨ ਵਾਲੇ ਨੇ ਉਹੀ ਟੀਮ ਦੂਜੀ ਦਫਾ ਜਿੱਤ ਜਾਂਦੀ ਹੈ। ਫਿਰ ਇਹਦਾ ਭਾਵ ਕੀ? ਫਿਰ ਅਸੀਂ ਅਸਲ ਨੂੰ ਨਹੀਂ ਪਛਾਣਿਆ। ਇੰਝ ਹੀ ਮਨੁੱਖ ਆਪਣੇ ਜੀਵਨ ਨੂੰ ਨਹੀਂ ਪਛਾਣਦਾ, ਜੀਵਨ ਦੇ ਤੱਤ 'ਤੇ ਨਹੀਂ ਕੇਂਦਰਿਤ ਹੁੰਦਾ। ਉਹ ਸੁੱਖ ਦੁੱਖ, ਅਮੀਰੀ ਗਰੀਬੀ, ਉਸਤਤ ਨਿੰਦਾ, ਹਰਖ ਸੋਗ ਦੇ ਵਿੱਚ ਹੀ ਭਰਮਿਆ ਰਹਿੰਦਾ ਹੈ।
ਤੇ ਆਪਣੇ ਜੀਵਨ ਦੀ ਸਮ ਅਵਸਥਾ ਨਹੀਂ ਬਣਾਉਂਦਾ ਤੇ ਸਦਾ ਸੰਸੇ ਦੇ ਨਾਲ ਇੱਕ ਹੋਰ ਸ਼ਬਦ ਵੀ ਜੁੜਦਾ, ਤੌਖਲਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ। ਇਸ ਕਰਕੇ ਆਪਣੇ ਧਰਮ ਗ੍ਰੰਥਾਂ ਦੀ ਵਿਚਾਰ ਨੂੰ ਥੋੜ੍ਹਾ ਹੁਣ ਬਹੁਤ ਪੜ੍ਹ ਲਿਆ, ਬਹੁਤ ਜ਼ਿਆਦਾ ਪੜ੍ਹ ਲਿਆ। ਸ਼ਾਇਦ ਆਪ ਜੀ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਜਿਹੜਾ ਪਾਠ ਕਰਮ ਬਣਿਆ ਨਾ, ਅੱਜ ਅਸੀਂ ਵੀ ਪਾਠ ਕਰਦੇ ਹਾਂ, ਹੋਰ ਮਤਾਂ ਵਾਲੇ ਵੀ ਪਾਠ ਕਰਦੇ ਨੇ। ਇਸ ਪਾਠ ਕਰਮ, ਇਹ ਮੁੱਢਲਾ ਕਰਮ ਸੀ, ਇਹ ਮੁੱਢਲਾ ਕਰਮ ਸੀ। ਪਰ ਸਮੱਸਿਆ ਇਹ ਹੈ ਕਿ ਪਰਤ ਦਰ ਪਰਤ ਇਹਦੇ 'ਚ ਵਿਕਾਸ ਨਹੀਂ ਕੀਤਾ ਜਾਂਦਾ। ਸਮੱਸਿਆ ਅੱਜ ਸਾਰੇ ਧਰਮਾਂ ਦੀ, ਇਕੱਲੀ ਸਿੱਖ ਪੰਥ ਦੀ ਨਹੀਂ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਬੱਚੇ ਨੂੰ ਨਰਸਰੀ ਦੇ ਵਿੱਚ ਅੱਖਰਾਂ ਦਾ ਰਟਨ ਕਰਵਾਇਆ ਜਾਂਦਾ, ਵੱਧ ਕਾਰਜ ਕੋਈ ਨਹੀਂ ਕਰਾਇਆ ਜਾਂਦਾ, ਪਰ ਉਹਦੇ ਰਟਨ ਕਰਾਉਣ, ਉਹ ਰਟਨ ਹੀ ਪ੍ਰਮੁੱਖਤਾ, ਰਟਨ ਤੋਂ ਬਿਨਾਂ ਗੱਲ ਹੋਏਗੀ ਨਹੀਂ। ਵੱਖਰੀ ਗੱਲ ਅੱਜ ਸਾਧਨ ਉੱਚਿਤ ਆ ਗਏ ਨੇ ਅਤੇ ਉਹ ਟੈਬਲਟ ਸਾਰਾ ਕੁਝ ਰਿਪੀਟ ਕਰਦਾ, ਬੱਚਾ ਕੇਵਲ ਦੇਖਦਾ ਸੁਣਦਾ। ਪਹਿਲਾਂ ਅਸੀਂ ਖੁਦ ਕਰਦੇ ਸੀ, ਹੁਣ ਸਮਾਂ ਥੋੜ੍ਹਾ ਅਗਾਂਹ ਵਧੂ ਹੋ ਗਿਆ। ਉਹਦੇ ਰਟਨ ਦਾ ਆਧਾਰ ਹੈ ਕਿ ਇਹਦੇ ਅੰਦਰ ਅੱਖਰ ਦਾ ਬੋਧ, ਅੱਖਰ ਦਾ ਭਾਵ ਪੈਦਾ ਹੋ ਜਾਏ ਅਤੇ ਅੱਗੇ ਦਾ ਸਿਲਸਿਲਾ ਚੱਲੇ। ਇਹਨੂੰ ਮੇਨ ਅਸੀਂ ਜਿਹੜੀ ਆਧਾਰ ਹੈ ਉਹ ਦੇ ਦਈਏ, ਬਾਕੀ ਇਹ ਜੀਵਨ ਦੇ ਵਿੱਚ ਆਪ ਚੱਲੇ। ਇਹਨੂੰ ਅੱਖਰ ਦਾ ਜੋੜ ਕਰਨਾ ਆਵੇ, ਘਟਾਉਣਾ ਆਵੇ, ਸਮਝਣਾ ਆਵੇ ਅਤੇ ਆਪਣੇ ਨਿਰਣੇ ਕੱਢੇ। ਧਰਮ ਦੇ ਵਿੱਚ ਜਿਹੜੇ ਧਰਮ ਦੇ 10 ਸਦਗੁਣ ਨੇ, ਉਹ 10 ਤਾਂ ਹੀ ਮੰਨੇ ਗਏ ਨੇ, ਉਹ ਇਸੇ ਕਰਕੇ ਕਿ ਮਨੁੱਖ ਨੂੰ ਇਹਨਾਂ ਦਾ ਮੂਲ ਗਿਆਨ ਥੋੜ੍ਹਾ ਥੋੜ੍ਹਾ ਦੇ ਦਿੱਤਾ ਜਾਵੇ ਅਤੇ ਮਨੁੱਖ ਆਪਣੀ ਪ੍ਰੈਕਟਿਸ ਸਾਰੀ ਇਹਨਾਂ ਵਿੱਚ ਪਾਵੇ ਅਤੇ ਫਿਰ ਆਪਣੇ ਜੀਵਨ ਦਾ ਅਨੁਭਵ ਕਮਾਵੇ ਕਿ ਦਇਆ ਕਿੱਡਾ ਵੱਡਾ ਸੁੱਖ ਦਿੰਦੀ ਹੈ। ਸਾਰਾ ਜੀਵਨ ਦਇਆ ਵਿੱਚ ਢਾਲ ਕੇ ਦੇਖੇ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਧਰਮੀ ਬੰਦੇ ਖਵਾਉਂਦੇ, ਧਾਰਮਿਕ ਸਾਨੂੰ ਲੋਕ ਕਹਿੰਦੇ ਨੇ, ਤਾਂ ਸਾਨੂੰ ਜਿੰਨਾ ਧਰਤੀ 'ਤੇ ਦਰਦ ਹੈ, ਨਾ ਤਾਂ ਇਹਦੀ ਰਿਲਾਈਜੇਸ਼ਨ ਹੈ, ਰਿਲਾਈਜੇਸ਼ਨ ਵੀ ਕਿੱਥੇ ਹੋਣੀ ਹੈ, ਸਾਨੂੰ ਤਾਂ ਇਹਦੀ ਸੀਇੰਗ ਵੀ ਨਹੀਂ ਕਰਨੀ ਆਉਂਦੀ। ਕਿਸੇ ਧਰਤੀ ਦੇ ਪਏ ਹੋਏ ਦਰਦ ਨੂੰ ਸੀਨ ਕਰਨਾ, ਇਹ ਵੀ ਨਹੀਂ ਸਾਨੂੰ ਕਰਨਾ ਆਉਂਦਾ। ਫਿਰ ਦੂਜੀ ਗੱਲ, ਜੇ ਸੀਨ ਨਹੀਂ ਕਰਨਾ ਆਉਂਦਾ ਤਾਂ ਸਾਡੀ ਅੱਖ ਇੰਨੀ ਕਮਜ਼ੋਰ ਹੈ ਕਿ ਧਰਤੀ 'ਤੇ ਪਏ ਹੋਏ ਦਰਦ ਦੀ ਕਿਸੇ ਵੱਡੀ ਪਛਾਣ ਦੇ ਨਾਲ ਜੁੜ ਕੇ ਮਾਲਕ ਦੇ ਰੂਪ ਨੂੰ ਪਛਾਣ ਲੈਣਾ, ਇਹ ਵੀ ਸਾਨੂੰ ਨਹੀਂ ਆਉਂਦਾ। ਫਿਰ ਅਸੀਂ ਕਿੱਥੇ ਕਹਿ ਸਕਦੇ ਹਾਂ ਕਿ ਅਸੀਂ ਧਰਮੀ ਹਾਂ? ਅਸੀਂ ਤਾਂ ਦਇਆ ਦੇ ਪੱਧਰ 'ਤੇ ਧਰਤੀ 'ਤੇ ਕਿੰਨਾ ਦਰਦ ਹੈ, ਬੰਦੇ ਐਂ ਭੱਜੇ ਫਿਰਦੇ ਨੇ ਗੱਡੀਆਂ ਵਾਂਗ। ਜੇ ਬੰਦਾ ਜਾਗੇ ਮਨ ਨਾਲ ਤੁਰੇ ਤਾਂ ਉਹਦੇ ਕੋਲ ਇੱਕ ਕਦਮ ਵੀ ਨਹੀਂ ਤੁਰਿਆ ਜਾਂਦਾ। ਉਹਨੂੰ ਧਰਤੀ ਦਾ ਸਾਰਾ ਦਰਦ ਜਿਹੜਾ ਉਹਨੂੰ ਦਰਦ ਨਜ਼ਰ ਆਉਂਦਾ ਹੈ ਅਤੇ ਉਹਦੇ ਵਿੱਚ ਉਹ ਆਪਣੇ ਦਇਆ ਦੇ ਕਰਮ ਨੂੰ ਜਗਾਉਂਦਾ ਹੈ। ਅਤੇ ਫਿਰ ਉਹਦੇ ਬਾਰੇ ਭਾਵੇਂ ਕੁਝ ਨਾ ਵੀ ਕਰ ਸਕੇ, ਉਹਦੇ ਅੰਦਰ ਜਿਹੜੇ ਭਾਵ ਪੈਦਾ ਹੋਣੇ ਨੇ ਉਹੀ ਉਹਨੂੰ ਧਰਮੀ ਬਣਾ ਦਿੰਦੇ ਨੇ। ਭਾਵ ਕਿ ਕਿਸੇ ਦੁਖੀ ਨੂੰ, ਲੋੜਵੰਦ ਨੂੰ, ਕਿਸੇ ਉੜੇ ਥੋੜੇ ਨੂੰ ਦੇਖ ਕੇ, ਜੇ ਉਹ ਨਹੀਂ ਵੀ ਕੁਝ ਕਰ ਸਕਦਾ, ਉਹਦੀ ਨਹੀਂ ਸਮਰੱਥਾ ਹੈ, ਉਹਨੂੰ ਦੇਖ ਕੇ ਜੇ ਉਹਦੇ ਮਨ ਅੰਦਰ ਭਾਵ ਉਪਜ ਜਾਂਦੇ ਨੇ, ਇਹਦਾ ਮਤਲਬ ਉਹਨੇ ਆਪਣੇ ਇਮੋਸ਼ਨ ਦੇ ਨਾਲ, ਜਿਹੜੇ ਇਮੋਸ਼ਨ ਉਹਦੇ ਵਿਚਾਰ ਬਣ ਕੇ ਵਾਜੂ ਮੰਡਲ 'ਚ ਜਾ ਰਹੇ ਨੇ, ਉਹਦੇ ਨਾਲ ਹੀ ਉਸ ਬੰਦੇ ਨੂੰ ਟਰੀਟ ਕਰ ਦਿੱਤਾ, ਫੀਡ ਕਰ ਦਿੱਤਾ, ਉਹਦਾ ਭਲਾ ਕਰ ਦਿੱਤਾ ਹੈ। ਇਸ ਕਰਕੇ ਅਸੀਂ ਇਸ ਪੱਧਰ 'ਤੇ ਨਹੀਂ ਜਿਉਂਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸ ਕਰਕੇ ਅਸੀਂ, ਇਹ ਸਮੱਸਿਆ ਹੈ। ਜਿੱਥੇ ਬਾਣੀ 'ਚ ਕਈ ਜਗ੍ਹਾ ਹੈ ਨਾ, ਕਰਮ ਧਰਮ ਪਾਖੰਡ ਜੋ ਦੀਸੇ ਤਿਨ ਜਮ ਜਾ ਗਾਤੀ ਲੂਟੇ, ਉਹਦਾ ਭਾਵ ਕੀ ਹੈ ਕਿ ਬੰਦੇ ਨੂੰ ਜਿੱਥੇ ਟਿਕਣਾ ਉੱਥੇ ਟਿਕ ਹੀ ਨਹੀਂ ਰਿਹਾ, ਫਿਰ ਦੌੜ ਲਗਾ ਰਿਹਾ। ਹੁਣ ਦੇਖੋ, ਇਕੱਲੀ ਦੁਨਿਆਵੀ ਦੌੜ ਥੋੜ੍ਹਾ ਹੈ, ਅਧਿਆਤਮ ਦੇ ਵਿੱਚ ਵੀ ਇੱਕ ਖਾਸ ਤਰ੍ਹਾਂ ਦੀ ਦੌੜ ਪਈ ਹੈ। ਸਿਲਸਿਲੇ ਮੁਕਾ ਲਏ ਜਾਣ ਦਵਾ ਦਵ, ਨਿਤਨੇਮ ਦਾ ਸਿਲਸਿਲਾ ਹੈ। ਬੜੀ ਹੈਰਾਨਗੀ ਆਉਂਦੀ, ਪਤਾ ਨਹੀਂ ਕਿੰਨੇ ਸਮਾਂ ਮਿੱਥ ਦਿੱਤਾ ਕਿ 1 ਘੰਟੇ ਵਿੱਚ ਹੋ ਜਾਂਦਾ ਹੈ। ਪਤਾ ਨਹੀਂ ਜਿਹਦੇ ਕੋਈ ਜ਼ਿਕਰ ਮਿਲੋ ਜੀ 45 ਮਿੰਟ ਤੱਕ ਵੀ ਕਈ ਮਿਲ ਜਾਂਦੇ ਨੇ, ਕਈ ਤਾਂ ਇਸ ਤੋਂ ਵੀ ਦੀਰਘ ਮਿਲਦੇ ਨੇ, 38 ਮਿੰਟ ਵਾਲੇ ਵੀ ਮੈਂ ਸੁਣੇ ਹੋਏ ਨੇ। ਭਾਈ ਏਡਾ ਵੱਡਾ ਜ਼ਿੰਦਗੀ ਦਾ ਕਰਮ ਹੈ ਜਿਹਦੇ ਵਿੱਚ ਤੁਸੀਂ ਹੁਕਮ ਨੂੰ ਬੁੱਝਣਾ, ਆਪਣੀ ਕੂੜ ਦੀ ਪਾਲ ਦੀ ਸਮਝ ਪੈਦਾ ਕਰਨੀ ਹੈ। ਤੁਸੀਂ ਉਸ ਸਿਲਸਿਲੇ ਨੂੰ ਵੀ ਟਾਈਮ ਦੇ ਵਿੱਚ ਲਿਮਟ ਕਰ ਦਿੱਤਾ ਹੈ ਅਤੇ ਉਹਨੂੰ ਆਪਣੇ ਜੀਵਨ ਦਾ ਇੱਕ ਪੋਰਸ਼ਨ ਬਣਾ ਕੇ ਰੱਖ ਦਿੱਤਾ ਹੈ, ਜਿਹਨੂੰ ਤੁਸੀਂ ਪੂਰਾ ਜੀਵਨ ਦੇਣਾ ਸੀ। ਮੈਂ ਕਿਸੇ ਦਿਨ ਕੱਲ੍ਹ ਪਰਸੋਂ ਕਿਸੇ ਨਾਲ ਗੱਲਬਾਤ ਹੋਈ ਤਾਂ ਮੈਨੂੰ ਕਹਿਣ ਲੱਗਾ ਕਿ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ, ਇਹਨਾਂ ਦੀ ਤਿਆਰੀ ਸਹੀ ਕਿੱਥੇ ਹੁੰਦੀ ਹੈ? ਮੈਂ ਕਿਹਾ ਜੀ ਦਿੱਲੀ। ਕਹਿਣ ਲੱਗਾ ਜੀ ਪੰਜਾਬ 'ਚ ਕਿਉਂ ਨਹੀਂ? ਮੈਂ ਕਿਹਾ ਇੱਥੇ ਮਾਹੌਲ ਨਹੀਂ। ਬੱਚੇ ਨੇ ਐਗਜ਼ਾਮ ਦੀ ਤਿਆਰੀ ਕਰਨੀ IAS ਦੀ, ਜਿਹੜੇ ਘਰ 'ਚ ਬੈਠਣਾ ਉਹਦੇ ਘਰ ਵਿੱਚੋਂ ਨਿਕੰਮੀਆਂ ਜਿਹੀਆਂ ਗੱਲਾਂ ਹੁੰਦੀਆਂ ਨੇ, ਅਤੇ ਉਸ ਗੱਲਾਂ ਦੇ ਨਾਲ ਜਿਹੜੀ ਉਹ ਜਿੰਨੀ ਕੁ ਉਹਨੇ ਸਾਧਨਾ ਕਰਨੀ, ਉਹ ਪਰਿਵਾਰ ਨੇ ਉਵੇਂ ਖਰਾਬ ਕਰ ਦੇਣੀ ਹੈ। ਇਸ ਕਰਕੇ ਉਹਨੂੰ ਉਸ ਮਾਹੌਲ ਵਿੱਚ ਰੱਖਣਾ ਪਏਗਾ ਕਿ ਜਿੱਥੇ ਉਹ ਮੰਨ ਲਓ ਕਿਸੇ ਸੈਰ ਕਰਨ ਵੀ ਜਾਵੇ ਤਾਂ ਉਹਦੇ ਕੋਲ ਗਿਆਨ ਮਿਲੇ, ਉਹ ਕਿਤੇ ਆਮ ਚਾਹ ਪੀਣ ਵੀ ਬੈਠੇ ਅਤੇ ਉਹਨੂੰ ਆਪਣੇ ਵਿਸ਼ੇ ਦਾ ਗਿਆਨ ਮਿਲੇ। ਇਸ ਕਰਕੇ ਉਸ ਮਾਹੌਲ ਵਿੱਚ ਭੇਜਣਾ ਜ਼ਰੂਰੀ ਹੈ, ਤਾਂ ਕਾਮਯਾਬ ਹੋਏਗਾ। ਇਸੇ ਤਰ੍ਹਾਂ ਜੇ ਬੰਦੇ ਨੇ ਅਧਿਆਤਮ ਵਿੱਚ ਕਾਮਯਾਬ ਹੋਣਾ ਹੈ ਅਤੇ ਉਹ ਆਪਣੇ ਅਧਿਆਤਮ ਦੇ ਕਰਮ ਨੂੰ 1 ਘੰਟਾ ਕਰਕੇ ਸਾਈਡ 'ਤੇ ਕੋਈ ਰੱਖ ਦਿੰਦਾ ਹੈ,
ਪਾਠ ਕਰਤਾ, ਮੈਂ ਗੁਟਕਾ ਸਾਹਿਬ ਰੱਖਤਾ ਜੀ, ਗੱਲ ਖਤਮ ਹੋ ਗਈ। ਜੇ ਤੇਰਾ ਜੀਵਨ ਉਹਦੇ ਨਾਲ ਇੱਕ ਸੁਰ ਨਹੀਂ ਹੋ ਰਿਹਾ ਤੇ ਤੂੰ ਪਾਠ ਕਰਨ ਦੇ ਬਾਵਜੂਦ ਵੀ ਮਾਇਆ ਦੀ ਉਸੇ ਮੈਲ 'ਚ ਰਹੇਂਗਾ, ਸੰਸਿਆ ਵਿੱਚ ਰਹੇਂਗਾ, ਮਨਮੁਖਤਾ ਵਿੱਚ ਰਹੇਂਗਾ। ਇਸ ਕਰਕੇ ਆਪਣੇ ਪੂਰੇ ਜੀਵਨ ਨੂੰ ਉਹਦੇ ਨਾਲ ਇੱਕ ਸੁਰ ਕਰ। ਹੁਣ ਉਦਾਹਰਨ ਦੇ ਤੌਰ 'ਤੇ ਦਿਨ ਦੇ 3 ਵੇਲੇ ਮੰਨੇ ਜਾਂਦੇ ਨੇ, ਅੰਮ੍ਰਿਤ, ਦੁਪਹਿਰ ਅਤੇ ਸ਼ਾਮ। ਅੰਮ੍ਰਿਤ ਵੇਲਾ, ਦੁਪਹਿਰ ਵੇਲਾ ਅਤੇ ਸ਼ਾਮ ਵੇਲਾ। ਇਹਨਾਂ ਤਿੰਨਾਂ ਜੀ ਵੇਲਿਆਂ ਦੇ ਨਾਲ ਦਿਨ ਪੂਰੇ ਇੱਕ 24 ਘੰਟੇ ਦਾ ਸਿਲਸਿਲਾ ਪੂਰਾ ਹੁੰਦਾ ਹੈ। ਸਾਡਾ ਅੰਮ੍ਰਿਤ ਵੇਲਾ ਤਾਂ ਹੋ ਗਿਆ ਗੁਰੂ ਸ਼ਬਦ ਦੀ ਸਾਧਨਾ ਦੇ ਨਾਲ, ਸੰਧਿਆ ਵੇਲਾ ਵੀ ਹੋ ਗਿਆ। ਸਾਡੇ ਦੁਪਹਿਰ ਵੇਲੇ ਦੀ ਕੀ ਸਾਧਨਾ ਹੈ ਹੀ ਨਹੀਂ ਕਿਸੇ ਕੋਲ। ਦੁਪਹਿਰ ਵੇਲੇ ਦੀ ਸਾਧਨਾ ਬਿਲਕੁਲ ਨਿਰਾਲੀ ਹੈ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਗਦ ਦੇਹ ਵਿਹਾਏ। ਜਿਹੜੇ ਧਰਮ ਗ੍ਰੰਥਾਂ ਦੇ ਉਪਦੇਸ਼ ਨੇ ਉਹ ਬੜੇ ਉੱਚੇ ਨੇ, ਅਤੇ ਮਨੁੱਖ ਦੀ ਸਮੱਸਿਆ ਕਿ ਮਨੁੱਖ ਇਹਨਾਂ ਨੂੰ ਪਾਠ ਬਣਾ ਲੈਂਦਾ ਹੈ। ਇਹ ਜੀਵਨ ਦੇ ਮਹਾਭੇਦ ਨੇ ਜਿਹੜੇ ਜ਼ਿੰਦਗੀ ਵਿੱਚ ਮੈਂ ਕਿਸੇ ਦਫਾ ਬਹੁਤ ਵੱਡੇ ਅਨੁਭਵੀ ਕਿਸੇ ਬੰਦੇ ਨੂੰ ਮਿਲਿਆ ਕਿਸੇ ਦਫਾ, ਤਾਂ ਉਹਨੇ ਮੈਨੂੰ ਕਹਿੰਦਾ ਜੀ ਮੈਂ ਆਪਣੀ 70 ਸਾਲ ਦੀ ਜ਼ਿੰਦਗੀ ਦੇ ਵਿੱਚ, 70 ਸਾਲ ਦੀ ਜ਼ਿੰਦਗੀ ਸੀ, 4 MA ਪਾਸ ਸੀ। ਕਹਿੰਦਾ 70 ਸਾਲ ਦੀ ਜ਼ਿੰਦਗੀ ਵਿੱਚ ਗੁਰਬਾਣੀ ਦੇ ਆ 3 ਸ਼ਬਦਾਂ ਦੇ ਭਾਵ ਜਾਣ ਸਕਿਆ। 3 ਸ਼ਬਦਾਂ ਦੇ 70 ਸਾਲ ਦੀ ਜ਼ਿੰਦਗੀ, 3 ਸ਼ਬਦਾਂ ਦੇ ਭਾਵ ਉਹਨੇ ਮੇਰੇ ਨਾਲ ਸਾਂਝੇ ਕੀਤੇ। ਅਸੀਂ ਇੰਨਾ ਅਨੁਭਵ ਕਮਾਉਂਦੇ ਹਾਂ। ਅਸੀਂ ਬਾਣੀ ਪੜ੍ਹਦੇ, ਕੋਈ ਸਾਨੂੰ ਪੁੱਛ ਲੈ, ਕੁਦਰਤੀ ਹੈ ਜੇ ਤੁਸੀਂ 5 ਬਾਣੀਆਂ ਪੜ੍ਹਦੇ ਹੋ, ਮੈਂ ਕੋਈ ਨਹੀਂ ਪੜ੍ਹਦਾ, ਮੰਨ ਲਓ ਕੋਈ ਬੰਦਾ ਸਾਨੂੰ ਮਿਲ ਜਾਏ, ਤੁਸੀਂ ਅਤੇ ਤੁਹਾਡੇ ਅਤੇ ਮੇਰੇ 'ਚ ਕੀ ਫ਼ਰਕ ਹੈ ਇਹ ਦੱਸੋ। ਅਸੀਂ ਫ਼ਰਕ ਨਹੀਂ ਕਰ ਸਕਦੇ। ਕਿਉਂਕਿ ਅਸੀਂ ਉਹਨੂੰ ਇੱਕ ਕਰਮ ਬਣਾ ਕੇ ਰੱਖ ਲਿਆ ਅਤੇ ਕਰਮ ਦੇ ਵਿੱਚ ਉਹਨੂੰ ਫਿਕਸ ਕਰ ਦਿੱਤਾ ਹੈ। ਜੇ ਉਹਨੂੰ ਥੋੜ੍ਹਾ ਬੁੱਝਣ ਦੇ, ਗੁਰਬਾਣੀ 'ਚ ਵਾਕ ਹੁੰਦਾ, ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ। ਕਿ ਗੱਲ ਕਹੀ ਕੀ ਜਾ ਰਹੀ ਹੈ। ਜਿਵੇਂ ਕੱਲ੍ਹ ਜ਼ਿਕਰ ਆਇਆ ਸੀ, ਦਹਿ ਦਿਸ ਲਾਗੀ ਆਗ। ਹੁਣ ਬੰਦਾ ਜੇ ਪਾਠ ਹੀ ਕਰੇ ਅਤੇ ਕਹੇਗਾ ਵੀ ਦਿਸ਼ਾਵਾਂ ਦਾ 4 ਹੁੰਦੀਆਂ, ਇੱਥੇ 10 ਕਹੀਆਂ ਹੋਈਆਂ ਨੇ। ਫਿਰ ਉਹ ਜਦੋਂ ਬੁੱਝਣ ਦੀ ਗੱਲ ਕਰੇਗਾ ਅਤੇ ਫਿਰ ਬੁੱਝਣਾ ਲਗਾਤਾਰ ਚੱਲਦਾ ਰਹਿੰਦਾ ਹੈ। ਬੁੱਝਣ ਦੇ ਵਿੱਚ ਜਿਗਿਆਸਾ ਹੁੰਦੀ ਹੈ, ਬੁੱਝਣ ਦੇ ਵਿੱਚ ਕੁਐਸਟ ਹੁੰਦੀ ਹੈ, ਬੁੱਝਣ ਦੇ ਵਿੱਚ ਇੱਕ ਹਾਇਰ ਥਿੰਕਿੰਗ ਦਾ ਪਰਸਪੈਕਟਿਵ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੰਸਾ ਦੂਰ ਕਰ, ਕਾਗਦ ਦੇ ਬਿਹਾਏ। ਬਹੁਤਾ ਜ਼ਿਆਦਾ ਵਿਚਾਰ ਨਾ ਕਰ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, 52 ਅੱਖਰ ਸੋਧ ਕੇ। ਜਿਹੜੀ 52 ਅੱਖਰਾਂ ਦੇ ਨਾਲ ਸੰਸਕ੍ਰਿਤ ਬਣੀ ਹੈ ਪੰਡਿਤ, ਤੂੰ ਉਹਦੇ ਗਾਂਹ ਵਿਚਾਰ ਕਰੀ ਜਾਂਦਾ ਹੈ, ਉਹਦੇ ਇੱਕ ਅੱਖਰ 'ਤੇ ਨਹੀਂ ਟਿਕ ਰਿਹਾ। ਇਸ ਕਰਕੇ ਜੇ ਇਹਨੂੰ ਸੋਧ ਕੇ, ਬਹੁਤੇ ਸ਼ਬਦਾਂ ਦਾ, ਬਹੁਤੇ ਵਾਕਾਂ ਦਾ ਤੂੰ ਨਾ ਉਸ ਝਮੇਲੇ ਵਿੱਚ ਪੈ, ਤੂੰ ਇੱਕ ਸ਼ਬਦ 'ਤੇ ਟਿਕ। ਜਦੋਂ ਇੱਕ ਸ਼ਬਦ ਨੂੰ ਬੁੱਝਣ ਦਾ ਯਤਨ ਕਰੇਂਗਾ ਤਾਂ ਤੇਰੇ ਜੀਵਨ ਦੀ ਕੋਈ ਗੱਤ ਬਣ ਆਉਣੀ ਹੈ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ 'ਚੋਂ ਪ੍ਰਮਾਣ ਆਪਦੇ ਸਨਮੁਖ ਰੱਖਦੇ ਗੱਲ ਸਪਸ਼ਟ ਹੋ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦੈਵੀ ਅਜ਼ਮਤ ਦਾ ਪਤਾ ਲੱਗਾ ਪੰਡਿਤ ਹਰਦਿਆਲ ਨੂੰ ਕਿ ਬਹੁਤ ਵੱਡਾ ਬਾਲਕ ਹੈ। ਉਹਨੇ ਗੱਲ ਸਾਂਝੀ ਕੀਤੀ ਪੰਡਿਤ ਬ੍ਰਿਜਨਾਥ ਨਾਲ। ਕਹਿਣ ਲੱਗਾ ਜੀ ਕਿ ਕਾਲੂ ਦੇ ਘਰੇ ਪੁੱਤਰ ਪੈਦਾ ਹੋਇਆ ਹੈ, ਬੜਾ ਵੱਡਾ ਗਿਆਨੀ ਹੈ। ਉਹਦੇ ਜੀਵਨ ਦੇ ਪ੍ਰਭਾਵ ਦੱਸਦੇ ਨੇ ਕਿ ਬੜੀ ਵੱਡੀ ਸਮਰੱਥਾ ਦਾ, ਅਧਿਆਤਮਿਕ ਗਿਆਨ ਦਾ, ਬੜੇ ਦਾ ਮਾਲਕ ਹੈ। ਬ੍ਰਿਜਨਾਥ ਪੰਡਿਤ ਕਹਿਣ ਲੱਗਾ, ਮੈਂ ਤੇਰੀ ਇੰਝ ਨਹੀਂ ਗੱਲ ਮੰਨਦਾ, ਜਿੱਦਣ ਮੇਰਾ ਵਾਹ ਪਏਗਾ ਉਦਣ ਚਲਾਂਗਾ। ਗੁਰੂ ਨਾਨਕ ਸਾਹਿਬ ਜੀ ਨੂੰ ਭੇਜ ਦਿੱਤਾ ਉਹਦੇ ਕੋਲ ਪੜ੍ਹਨ। ਗੁਰੂ ਨਾਨਕ ਸਾਹਿਬ ਆਪਣੀ ਫੱਟੀ ਲੈ ਕੇ ਸਾਈਡ 'ਤੇ ਬੈਠੇ ਰਹੇ। ਪੰਡਿਤ ਇਸ ਉਡੀਕ ਦੇ ਵਿੱਚ ਕਿ ਮੇਰੇ ਕੋਲ ਫੱਟੀ ਲੈ ਕੇ ਆਉਣ, ਮੈਂ ਇਹਨਾਂ ਨੂੰ ਕੋਠੇ ਪਾ ਕੇ ਦਿਆਂ, ਅੱਖਰ ਪਾ ਕੇ ਦਿਆਂ, ਅਤੇ ਫਿਰ ਇਹ ਆਪਣੇ ਅੱਗੇ ਸਾਰਾ ਭਾਸ਼ਾ ਦਾ ਗਿਆਨ ਲੈਣ। ਸੰਸਕ੍ਰਿਤ ਸਿੱਖਣ ਗਏ ਸੀ। ਕਾਫੀ ਸਮਾਂ ਬੈਠੇ ਰਹੇ, ਆਏ ਨਾ। ਤਦ ਪੰਡਿਤ ਨੇ ਆਵਾਜ਼ ਮਾਰੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ, ਕਿ ਇੱਧਰ ਆਓ। ਆਏ, ਪੱਟੀ 'ਤੇ ਦਿਖਾਓ ਕੀ ਲਿਖ ਰਹੇ ਹੋ। ਮੈਂ ਤਾਂ ਤੁਹਾਨੂੰ ਅਜੇ ਕੁਝ ਲਿਖਣਾ ਸਿਖਾਇਆ ਨਹੀਂ। ਇੱਥੇ ਆ ਕੇ ਤਾਂ ਤੁਸੀਂ ਪਹਿਲਾਂ ਪੱਟੀ ਮੈਨੂੰ ਸੌਂਪਣੀ ਸੀ, ਤੁਸੀਂ ਤਾਂ ਆਪ ਲਿਖ ਰਹੇ, ਦਿਖਾ ਲਓ ਕੀ ਲਿਖਾਇਆ, ਕੀ ਲਿਖਿਆ। ਦੇਖਿਆ ਤੇ ਇੱਕ ਅੱਖਰ ਪਾ ਕੇ ਅੱਗੇ ਉਹਨਾਂ ਦੇ ਸਾਰ ਲਿਖੇ ਹੋਏ ਸਨ। ਪੰਡਿਤ ਕਹਿਣ ਲੱਗਾ ਕਿ ਇਹਨਾਂ ਦਾ ਕੀ ਭਾਵ ਹੈ। ਉਦੋਂ ਪੜ੍ਹਿਆ, ਪੱਟੀ ਬਾਣੀ ਪੜ੍ਹੋ, ਉਹਦੇ ਵਿੱਚ ਜ਼ਿਕਰ ਆਉਂਦਾ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ, ਸੇਵਤ ਰਹਿ ਜਿਨ ਚਿਤਕਾ ਲਾਗਾ, ਆਇਆ ਤਿਨ ਕਾ ਸਫਲ ਪਿਆ, ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇ ਬੀਰਾ ਤਉ ਪੜ੍ਹਿਆ। ਪੰਡਿਤ ਕਹਿਣ ਲੱਗਾ ਇਹ ਕੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭੇਦ। ਕਹਿਣ ਲੱਗਾ ਭੇਦ ਮਤਲਬ, ਕਹਿਣ ਲੱਗੇ ਜੀ ਭੇਦ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਪੰਡਿਤ ਕਹਿਣ ਲੱਗਾ ਇੰਝ ਨਹੀਂ ਪੜ੍ਹਾਈ ਹੁੰਦੀ, ਅੱਖਰ ਪਾਉਣੇ ਪੈਂਦੇ ਨੇ, ਤੁਹਾਨੂੰ ਆਹ 52 ਜਾਂ 35 ਅੱਖਰ ਪਾਉਣੇ ਪੈਣਗੇ।
ਪੰਜਾਬੀ ਦੇ ਕਹਿਣੇ ਹੁਣ ਤਾਂ 35 ਅਤੇ ਸੰਸਕ੍ਰਿਤ ਦੇ ਕਹਿਣੇ ਹੁਣ 52। ਕਹਿੰਦਾ ਤੁਹਾਨੂੰ ਅੱਖਰ ਪਾਉਣੇ ਪੈਣਗੇ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਨਹੀਂ, ਜੀਵਨ ਦਾ ਭੇਦ ਬਹੁਤ ਅੱਖਰਾਂ ਜਾਂ ਬਹੁਤ ਸ਼ਬਦਾਂ ਵਾਕਾਂ ਵਿੱਚ ਨਹੀਂ ਹੈ। ਜੀਵਨ ਦਾ ਭੇਦ ਇੱਕ ਅੱਖਰ ਵਿੱਚ ਹੈ। ਇਸ ਕਰਕੇ ਮੈਨੂੰ ਸੱਸਾ ਅੱਖਰ ਬੋਧ ਦਿੰਦਾ ਹੈ ਕਿ ਮਾਲਕ ਸਿਰਜਣਹਾਰ ਨੇ। ਜਿਵੇਂ ਸੱਸੇ 'ਤੇ ਅਸੀਂ ਸਿਰਜਣਹਾਰ ਸ਼ਬਦ ਲਿਖਦੇ ਹਾਂ, ਉਹ ਸਿਰਜਣਹਾਰ ਦੇ ਸਾਰੇ ਭੇਦ ਨੂੰ ਬੁੱਝਣਾ ਸੱਸੇ ਅੱਖਰ ਦੇ ਆਧਾਰ ਨਾਲ। ਇਹ ਅੱਖਰ ਦਾ ਭੇਦ ਹੈ। ਜੇ ਇਹਨੂੰ ਮਨੁੱਖ ਜਾਣੇਗਾ ਤੇ ਤਾਂ ਅੱਖਰ ਦਾ ਗਿਆਨ ਉਹਨੂੰ ਗਿਆਨੀ ਬਣਾਏਗਾ, ਨਹੀਂ ਤੇ ਲਿਖ ਲਿਖ ਪੜ੍ਹਿਆ ਤੇਤਾ ਕੜਿਆ ਵਾਲੀ ਗੱਲ ਹੋ ਜਾਏਗੀ। ਪੰਡਤ ਬੜਾ ਹੈਰਾਨ ਹੋਇਆ, ਕਹਿਣ ਲੱਗਾ ਕੇਵਲ ਇੱਕ ਅੱਖਰ ਦਾ ਭੇਦ ਹੈ ਤੁਹਾਡੇ ਕੋਲੋਂ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਤੇਰੇ ਜਿੰਨੇ ਅੱਖਰ ਨੇ ਸਾਰਿਆਂ ਅੱਖਰਾਂ ਦਾ ਗੁਹਜ ਭੇਦ ਹੈ। ਤਾਂ ਫਿਰ ਉਹਨੇ ਇੱਕ ਅੱਖਰ ਪਾ ਦਿੱਤਾ ਊੜਾ। ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਅੱਗੇ ਇਸ ਤਰ੍ਹਾਂ ਲਿਖੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਊੜੇ ਦਾ ਅਰਥ ਦੱਸ। ਉਹ ਕਹਿੰਦਾ ਜੀ ਇਹ ਊੜੇ ਦਾ ਕੋਈ ਅਰਥ ਨਹੀਂ ਹੁੰਦਾ, ਇਹ ਊੜਾ ਹੀ ਹੈ ਬਸ, ਆਪਣੇ ਆਪ 'ਚ ਅੱਖਰ ਹੀ ਹੈ ਇੱਕ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਐਂ ਤਾਂ ਹੋ ਨਹੀਂ ਸਕਦਾ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਹਦੀ ਊੜੇ ਦਾ ਮੂੰਹ ਖੁੱਲ੍ਹਾ ਬਣਾ ਦਿੱਤਾ ਅਤੇ ਕਹਿੰਦੇ ਜਿਹੜੀ ਬ੍ਰਹਿਮੰਡ ਦੀ ਸਿਰਜਣਾ ਹੈ ਉਹ ਓਅੰਕਾਰ ਦੀ ਧੁਨੀ ਵਿੱਚ ਹੋਈ। ਇਸ ਕਰਕੇ ਅੱਖਰ ਤੈਨੂੰ ਇੱਕ ਅੱਖਰ ਪੂਰਾ ਇਲਮ ਦੇ ਰਿਹਾ ਹੈ। ਇਹ ਪੱਛਮ ਦੇ ਮਾਪਦੰਡ ਨੇ, ਸਾਡੇ ਮਾਪਦੰਡ ਤਾਂ ਹੈ ਹੀ ਨਹੀਂ। ਸਾਡੀ ਐਜੂਕੇਸ਼ਨ ਜਿੰਨਾ ਪੈਟਰਨ ਹੈ ਇਹ ਸਾਰਾ ਅੰਗਰੇਜ਼ਾਂ ਦਾ ਗੁਲਾਮ ਹੈ। ਸਾਡਾ ਆਪਣਾ ਗਿਆਨ ਕੀ ਹੈ, ਇਹਦੇ ਵਿੱਚ ਕੁਝ ਨਹੀਂ ਹੈ। ਇਸ ਕਰਕੇ ਉਹ ਪੈਟਰਨ ਕੀ ਕਹਿੰਦਾ ਹੈ, ਤੁਸੀਂ ਪੂਰੇ ਵਾਕ 'ਤੇ ਕੰਸਨਟਰੇਟ ਕਰੋ। ਸਾਡੀ ਗਿਆਨ ਪਰੰਪਰਾ ਕਹਿੰਦੀ ਹੈ ਇੱਕ ਅੱਖਰ 'ਤੇ ਕੰਸਨਟਰੇਟ ਕਰੋ। ਇੱਕ ਅੱਖਰ ਕੀ ਹੈ, ਗੁਰਬਾਣੀ ਵਿੱਚ ਵਾਕ ਆਉਂਦਾ ਹੈ ਏਕ ਅੱਖਰ ਜੋ ਗੁਰਮੁਖ ਜਾਪੈ ਤਾਂ ਕੀ ਨਿਰਮਲ ਸੋਈ। ਕਿ ਜਿਹੜਾ ਇੱਕ 'ਤੇ ਜਾਂ ਗੁਰਬਾਣੀ 'ਚ ਵਾਕ ਆਉਂਦਾ ਏਕ ਸ਼ਬਦ ਮੇਰਾ ਪ੍ਰਾਨ ਬਸਤੈ ਬੌੜ ਜਨਮ ਨਾ ਆਵਾਂ। ਤਾਂ ਇਸੇ ਨਾਨਕ ਲੇਖਿਆ ਇੱਕ ਗੱਲ ਹੋਰ ਹਉ ਮੈਂ ਚਖਣਾ ਚਾਖ। ਜੇ ਤੈਨੂੰ ਇੱਕ 'ਤੇ ਕੇਂਦਰਿਤ ਹੋਣਾ ਆਉਂਦਾ ਤਾਂ ਤੂੰ ਗਿਆਨੀ ਹੈ, ਨਹੀਂ ਤਾਂ ਉਂਝ ਗਿਆਨੀ ਨਹੀਂ। ਇਸ ਕਰਕੇ ਜਿਹੜੀ ਕਥਾ ਹੈ, ਜਿਹੜਾ ਬੰਦਾ ਇੱਕ ਸ਼ਬਦ 'ਤੇ 10 ਮਿੰਟ ਬੋਲ ਸਕਦਾ ਉਹੀ ਥੋੜ੍ਹਾ ਬਹੁਤਾ ਕਥਾਵਾਚਕ ਹੋ ਸਕਦਾ ਹੈ। ਜਿਹੜਾ ਬੜੇ ਸ਼ਬਦਾਂ ਨੂੰ ਲੈ ਕੇ ਹੀ ਕਰਦਾ ਗੱਲ ਉਹ ਠੀਕ ਆ, ਉਹ ਆਪਣਾ ਸਿਲਸਿਲਾ ਪੂਰਾ ਕਰੀ ਜਾਵੇ, ਪਰ ਉਹ ਹੋ ਨਹੀਂ ਸਕਦਾ। ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਪੰਡਤ ਕਹਿਣ ਲੱਗਾ ਕਿ ਊੜੇ ਦਾ ਤਾਂ ਕੋਈ ਅਰਥ ਹੀ ਨਹੀਂ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਹੈ, ਤੂੰ ਜਿਸ ਧੁਨੀ ਤੋਂ ਜਗਤ ਨੂੰ ਸਿਰਜਿਆ ਮੰਨਦਾ ਉਹਨੂੰ ਕੀ ਕਿਹਾ ਜਾਂਦਾ ਹੈ? ਕਹਿੰਦਾ ਜੀ ਓਮ ਓਂਕਾਰ ਕਿਹਾ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਧੁਨੀ ਹੈ ਜਦੋਂ ਉਹ ਕਿਸੇ ਵੱਡੀ ਸੁਰਤ ਵਾਲਿਆਂ ਦੇ ਬੋਧ ਵਿੱਚ ਉਤਰੀ ਅਤੇ ਉਸ ਧੁਨੀ ਪਹਿਲਾਂ ਸਾਊਂਡ ਸੀ, ਉਹ ਸਾਊਂਡ ਜਦੋਂ ਗੁਰਮੁਖਾਂ ਦੀ ਸੁਰਤ ਵਿੱਚ ਉਤਰਿਆ, ਵੱਡੇ ਗਿਆਨੀਆਂ ਦੀ ਸੁਰਤ ਵਿੱਚ ਉਤਰਿਆ ਅਤੇ ਉਹਨਾਂ ਉਹਨੂੰ ਮੱਥ ਕੇ ਸ਼ਬਦ ਬਣਾਇਆ ਉਹ ਓਅੰਕਾਰ ਬਣਾਇਆ। ਅਤੇ ਤੁਹਾਨੂੰ ਇੱਕ ਅੱਖਰ ਦੇ ਨਾਲ ਹੀ ਉਹਨਾਂ ਨੇ ਪੂਰੇ ਬ੍ਰਹਿਮੰਡ ਦਾ ਭੇਦ ਸਮਝਾ ਦਿੱਤਾ। ਪਰ ਸਾਡੀ ਸਮੱਸਿਆ ਸੀ ਉਹਨੂੰ ਸਮਝਣ ਦੀ ਬਜਾਏ ਉਹਨੂੰ ਲਿਖਣ ਦਾ, ਰੱਟਣ ਦਾ ਜਾਂ ਹੋਰ ਕੰਮ ਬਣਾ ਲਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ 52 ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ। ਕਿ ਜਿਹੜੇ 52 ਅੱਖਰਾਂ ਦੇ ਤੇਰੇ ਕੋਲ ਗਿਆਨ ਹੈ, ਅੱਖਰ ਗਿਆਨ ਹੈ, ਇਹਦੇ ਵਿੱਚ ਸਭ ਤੋਂ ਵੱਡਾ ਭੇਦ ਸਮਾਇਆ ਹੋਇਆ ਹੈ। ਜਿਵੇਂ ਕੁਰਾਨ ਦੀ ਨਾ ਆਪ ਜੀ ਕਦੇ ਤਲਾਵਤ ਕਰੋ, ਉਹਦਾ ਆਰੰਭ ਅਲਿਫ ਨਾਲ ਹੁੰਦਾ। ਅਲਿਫ ਦਾ ਅਰਥ ਹੁੰਦਾ ਇੱਕ। ਤਾਂ ਉਹ ਕਹਿੰਦੇ ਨੇ ਕਿ ਜਿਹੜਾ ਇਹਦੀ ਸਾਰੀ ਤਲਾਵਤ ਕਰਕੇ, ਅਸੀਂ ਜਿਹਨੇ ਗੁਰਬਾਣੀ ਦਾ ਪਾਠ, ਉਹ ਪਾਠ ਕਰਨ ਨੂੰ ਤਲਾਵਤ ਕਹਿੰਦੇ ਨੇ। ਕਹਿੰਦੇ ਜਿਹੜੇ ਸਾਰੀ ਕੁਰਾਨ ਦਾ ਪਾਠ ਕਰਕੇ ਮੁੜ ਇੱਕ ਦੇ ਭੇਦ ਨੂੰ ਸਮਝ ਲਏ, ਉਹ ਸਹੀ ਅਰਥਾਂ ਦੇ ਵਿੱਚ ਜਿਹੜਾ ਹੈ ਮੋਮਨ ਹੈ, ਮਾਲਕ ਦਾ ਇੱਕ ਸੱਚਾ ਭਗਤ ਹੈ। ਜਿਹੜਾ ਇੱਕ ਓਅੰਕਾਰ ਤੋਂ ਸ਼ੁਰੂ ਕਰਕੇ ਸਾਰੀ ਬਾਣੀ ਵਿੱਚੋਂ ਪੜ੍ਹ ਕੇ, ਵਿਚਾਰ ਕੇ, ਉਹਦਾ ਗਾਇਨ, ਉਹਦਾ ਅਨੁਭਵ ਕਰਕੇ ਇੱਕ ਉਹਦੀ ਰਮਜ ਨੂੰ ਜਿਹੜਾ ਸਮਝ ਗਿਆ, ਉਹ ਠੀਕ ਰੂਪ ਦੇ ਵਿੱਚ ਗੁਰੂ ਚਰਨਾਂ ਨਾਲ ਜੁੜਿਆ ਸਿੱਖ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਉੱਥੇ ਗੁਰੂ ਨਹੀਂ ਆਉਂਦਾ, ਗੁਰ ਸ਼ਬਦ ਆਉਂਦਾ। ਗੁਰ ਦਾ ਭਾਵ ਹੈ ਕਿ ਉਹ ਪਰਮ ਭੇਦ ਸਮਝ ਜਿਹੜੀ ਤੈਨੂੰ ਵਿਚਾਰ ਦੇ ਨਾਲ ਆਉਣੀ ਹੈ। ਵਿਚਾਰ ਦੇ ਵਿੱਚੋਂ ਸਾਰਾ ਨੁਕਤਾ ਸਮਝ ਆਉਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ 52 ਅੱਖਰ ਸੋਧ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਭੇਦ ਕਰਾਇਆ ਤਾਂ ਪੰਡਤ ਬੜਾ ਹੈਰਾਨ ਹੋਇਆ। ਫਿਰ ਕਹਿਣ ਲੱਗਾ ਤੁਹਾਡੇ ਕੋਲੋਂ ਕੁੱਲ ਭੇਦ ਹੋਣਗੇ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜਿਹੜਾ ਮਾਲਕ ਦੀ ਯਾਦ ਵਿੱਚ ਜੁੜਦਾ, ਮਾਲਕ ਉਹਨੂੰ ਆਪਣੇ ਕੁੱਲ ਭੇਦ ਦੇ ਹੀ ਦਿੰਦਾ ਹੈ। ਕਹਿੰਦਾ ਫਿਰ ਮੇਰਾ ਵੀ ਕੁਝ ਭਲਾ ਕਰੋ। ਅੱਜ ਨਾ ਇੱਕ ਸੁਧਾਰਕ ਪੋਜੀਸ਼ਨ ਬਣਾਈ ਜਾ ਰਹੀ ਹੈ ਅੱਜ ਦੇ ਵਿੱਚ ਜੀ, ਇਹ ਗੱਲਾਂ ਝੂਠ ਨੇ, ਗੁਰੂ ਨਾਨਕ ਸਾਹਿਬ ਤਾਂ ਇੰਝ ਕਰ ਹੀ ਨਹੀਂ ਸਕਦੇ, ਉਹ ਬਕਾਇਦਾ ਉਹਨਾਂ ਨੇ 5 ਸਾਲ ਫਾਰਸੀ ਪੜ੍ਹੀ। ਇਹ ਕੀ ਗੱਲ ਹੋਈ ਪਈ? ਜੇ ਤੁਹਾਡਾ ਗੁਰੂ ਰਿਵੀਲਡ ਚੀਜ਼ ਹੈ ਅਤੇ ਉਹ ਸਾਖੀ ਪ੍ਰਮਾਣ ਹੁੰਦਾ ਹੈ। ਜੇ ਉਹ ਧਰਤੀ ਦੀਆਂ ਸਾਰੀਆਂ ਬਖਸ਼ਿਸ਼ਾਂ ਨੂੰ ਜਾਂ ਜਿਹੜੀਆਂ ਵੱਡੀਆਂ ਚੀਜ਼ਾਂ ਨੂੰ ਉਹਨੇ ਆ ਕੇ ਸਾਡੇ ਸੰਸਾਰੀਆਂ ਵਾਂਗ ਹੀ ਕਮਾਉਣਾ ਹੈ, ਤਾਂ ਫਿਰ ਗੁਰੂ ਦੀ ਸੁਪਰੀਮਤਾ ਕੀ ਹੋਈ ਉਹਦੀ? ਇਸ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਉਹਨੇ ਬੜਾ ਸੀਰੀਅਸ ਪ੍ਰਸ਼ਨ ਕੀਤਾ। ਕਹਿੰਦਾ ਗੁਰੂ ਸਾਹਿਬ ਜੀ ਵਿਦਿਆ ਪ੍ਰਕਾਸ਼ ਹੁੰਦੀ ਹੈ,
ਪਰ ਵਿਦਿਆ ਜਦੋਂ ਇੱਕ ਗਿਆਨਵਾਨ ਕੋ ਆ ਜਾਂਦੀ ਹੈ, ਇਹ ਪ੍ਰਕਾਸ਼ ਮੈਲਾ ਕਿਉਂ ਹੋ ਜਾਂਦਾ ਹੈ? ਭਾਵ ਉਂਝ ਵਿਦਿਆ ਚੰਗੀ ਹੈ, ਵਿਦਿਆ ਦਾ ਧਨ ਇੱਕ ਅਧਿਆਪਕ ਕੋਲੋਂ ਆ ਗਿਆ, ਉਹਨੇ ਉਹਦੀ ਥਰਸਟ ਬਣਾ ਲਈ ਹੈ। ਉਹ ਕਹਿੰਦਾ ਕਿ ਹੁਣ ਇਸ ਵਿਦਿਆ ਦੇ ਆਧਾਰ 'ਤੇ ਮੈਂ 1 ਮਹੀਨੇ ਵਿੱਚ 50,000 ਕਮਾਵਾਂਗਾ, ਅਤੇ ਜਿੰਨਾ ਚਿਰ ਇਸ ਸਮੱਸਿਆ ਤੋਂ ਅਸੀਂ ਨਹੀਂ ਛੁੱਟਦੇ, ਭਾਰਤ ਦਾ ਕਿ ਪੂਰੇ ਏਸ਼ੀਆ ਦਾ ਭਲਾ ਹੋਣ ਵਾਲਾ ਨਹੀਂ। ਵਿਦਿਆ ਦਾ ਧਨ ਹੈ, ਜਿਹਨੂੰ ਦਿੱਤਾ ਗਿਆ ਉਹਦੀ ਵਿਦਿਆ ਮਾਇਆ ਦੇ ਕੁੰਡੇ ਹੇਠ ਆ ਗਈ ਹੈ, ਅਤੇ ਉਹਨੇ ਉਹਦਾ ਦਰਸ਼ ਮਾਇਆ ਬਣਾ ਲਿਆ। ਉਹੀ ਵਿਦਿਆ ਜਿਹਨੇ ਕਲਿਆਣ ਕਰਨਾ ਸੀ, ਹੁਣ ਕਿਸੇ ਖਾਸ ਪੱਖ ਨੂੰ ਫੀਡ ਕਰ ਰਹੀ ਹੈ। ਇਸ ਕਰਕੇ ਧਰਤੀ ਦੀ ਜਿਹੜੀ ਬਖਸ਼ਿਸ਼ ਹੈ ਉਹ ਮਾਰੀ ਜਾਏਗੀ, ਉਹ ਨਹੀਂ ਪਲੇਗੀ। ਤਾਂ ਫਿਰ ਕਹਿਣ ਲੱਗਾ ਜੀ ਵਿਦਿਆ ਪ੍ਰਕਾਸ਼ ਹੈ, ਗਿਆਨ ਹੈ, ਪਰ ਜਦੋਂ ਕਿਸੇ ਵਿਚਾਰਵਾਨ ਕੋਲ ਆਉਂਦੀ ਹੈ, ਗਿਆਨਵਾਨ ਕੋਲ ਆਉਂਦੀ ਹੈ, ਉਦੋਂ ਇਹ ਮੈਲੀ ਕਿਉਂ ਹੋ ਜਾਂਦੀ ਹੈ? ਜਾਂ ਮਨੁੱਖ ਇਹਦੇ ਕੋਲ ਹੋਣ ਦੇ ਬਾਵਜੂਦ ਮੈਲਾ ਕਿਉਂ ਹੋ ਜਾਂਦਾ ਹੈ? ਭਾਵ ਕਿ ਜਿਹਦੇ ਕੋਲੋਂ ਗਿਆਨ ਆ ਜਾਂਦਾ, ਉਹਦਾ ਅਹੰਕਾਰ ਜਾਂ ਉਹਦੇ ਅੰਦਰੋਂ ਈਰਖਾ ਕਿਉਂ ਨਹੀਂ ਜਾਂਦੀ? ਉਹਦਾ ਸਿੱਧਾ ਭਾਵ ਇਹ ਸੀ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦਾ ਉਚਾਰਨ ਕੀਤਾ, ਕਹਿੰਦੇ ਪੰਡਤ ਪੜ੍ਹਨ ਦਾ ਵੀ ਇੱਕ ਢੰਗ ਹੈ, ਜਿੰਨਾ ਚਿਰ ਪੜ੍ਹਨ ਦਾ ਢੰਗ ਨਾ ਆਇਆ, ਉਨਾ ਚਿਰ ਜੋ ਮਰਜ਼ੀ ਪੜ੍ਹੀ ਜਾਓ, ਕੁਝ ਅਰਥ ਨਹੀਂ ਪੈਣ ਵਾਲਾ। ਤਾਂ ਫਿਰ ਕਹਿਣ ਲੱਗਾ ਪੜ੍ਹਨ ਦਾ ਤੁਹਾਨੂੰ ਢੰਗ ਵੀ ਪਤਾ ਹੋਏਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਾਂ ਤੈਨੂੰ ਦੱਸਦੇ ਹਾਂ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨ ਪਾਰਾਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗਿਆ ਤਿੱਥੈ ਹੋਏ ਸੱਚਾ ਨਿਸ਼ਾਨ। ਕਿ ਜੇ ਤੈਨੂੰ ਇਸ ਢੰਗ ਨਾਲ ਪੜ੍ਹਨਾ ਲਿਖਣਾ ਹੁੰਦਾ ਹੈ, ਹੁਣ ਉਦਾਹਰਨ ਦੇ ਤੌਰ 'ਤੇ ਇਹਦਾ ਮੈਂ ਇੱਕ ਪੱਖ ਹੀ ਆਪਦੇ ਸਨਮੁਖ ਰੱਖਦਾ, ਸਮੇਂ ਦੀ ਸੀਮਾ ਹੈ। ਉਹਦੇ ਵਿੱਚ ਹੁੰਦਾ ਭਾਉ ਕਰਮ ਕਰ, ਇੱਕ ਸ਼ਬਦ ਹੈ। ਪੜ੍ਹਨ ਦਾ ਢੰਗ ਭਾਉ ਕਰਮ ਕਰ। ਅਸੀਂ ਕਿੰਨੇ ਕਰਮ ਕਰਦੇ ਹਾਂ ਦਿਨ ਦੇ ਵਿੱਚ? ਹਰੇਕ ਕਰਮ ਨੂੰ ਮਾਲਕ ਦੇ ਅਦਬ ਭੈ ਵਿੱਚ ਰੱਖ ਕੇ ਕਰਨਾ, ਇੱਥੋਂ ਤੱਕ ਕਿ ਪਾਪ ਨੂੰ ਪਾਪ ਕਰਦਿਆਂ ਵੀ ਇੱਕ ਵੱਡੇ ਡਰ ਵਿੱਚ ਭੈ ਵਿੱਚ ਰਹਿਣਾ। ਗੁਰਬਾਣੀ 'ਚ ਵਾਕ ਆਉਂਦਾ, ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਜੇ ਕਹਿੰਦੇ ਪਾਪ ਕਰਦਿਆਂ ਕਿਸੇ ਦੇ ਮਨ ਅੰਦਰ ਮਾਲਕ ਦਾ ਭੈ ਪੈਦਾ ਹੁੰਦਾ, ਤਾਂ ਸਮਝ ਲਓ ਪਾਪੀ ਨਹੀਂ ਹੈ, ਉਹਦੇ ਧਰਮੀ ਹੋਣ ਦੀ ਸੰਭਾਵਨਾ ਵੱਧ ਰਹੀ ਹੈ, ਉਹ ਕਿਤੇ ਨਾ ਕਿਤੇ ਜਾ ਕੇ ਪੂਰਾ ਹੋ ਜਾਏਗਾ। ਅੱਜ ਠੀਕ ਹੈ ਪਾਪ ਦੇ ਵਿੱਚ ਹੈ। ਇਸ ਕਰਕੇ ਆਪਣੇ ਜੀਵਨ ਦੇ ਸਮੁੱਚੇ ਕਰਮਾਂ ਨੂੰ ਮਾਲਕ ਦੇ ਭੈ ਵਿੱਚ ਢਾਲ ਕੇ ਕਰਨਾ, ਭਾਵੇਂ ਕਿੰਨੀ ਸਮਰੱਥਾ ਕਿਉਂ ਨਾ ਹੋਵੇ। ਇਸ ਕਰਕੇ ਸਾਨੂੰ ਨਿਮਾਣਾ ਨਤਾਣਾ ਨਿਮਰਤਾ ਤਾਂ ਸਿਖਾਈ ਜਾਂਦੀ ਹੈ ਕਿ ਤੁਹਾਡੇ ਜੀਵਨ ਦੀ ਕੋਈ ਵੀ ਸਮਰੱਥਾ ਜਿਹੜੀ ਹੈ ਉਹ ਅਹੰਕਾਰ ਵਿੱਚ ਗ੍ਰਸਤ ਹੋ ਕੇ ਅਤੇ ਧਰਤੀ ਦਾ ਅਨਾਦਰ ਨਾ ਕਰ ਦਏ। ਇਸ ਕਰਕੇ ਕਹਿੰਦੇ ਭਾਉ ਕਲਮ ਕਰ ਚਿੱਤ ਲੇਖਾਰੀ, ਅਤੇ ਫਿਰ ਚਿੱਤ ਨੂੰ ਉਹਦੇ ਵਿੱਚ ਇਨਵੋਲਵ ਕਰ ਪੂਰਾ ਦਾ ਪੂਰਾ, ਕਿ ਚੀਜ਼ਾਂ ਨੂੰ ਬੁੱਝ ਕਿਵੇਂ ਹੈ। ਆਪਣੇ ਧਰਮ ਦੀ ਸਾਰੀ ਸਾਧਨਾ ਨੂੰ ਇਕੱਠਾ ਰੱਖ ਕਿ ਦਇਆ ਦਾ ਗੁਣ ਕਿੱਥੇ ਪ੍ਰਣਾਉਣਾ ਹੈ, ਖਿਮਾ ਦਾ ਗੁਣ ਕਿੱਥੇ ਧਾਰਨ ਕਰਨਾ ਹੈ, ਸਹਿਣਸ਼ੀਲਤਾ ਦੀ ਜਿਹੜੀ ਸਮਰੱਥਾ ਉਹਨੂੰ ਕਿੱਥੇ ਕਮਾਉਣਾ। ਇਹ ਸਾਰੀ ਦੀ ਸਮਝ ਤੈਨੂੰ ਗਹਿਰੀ ਸਮਝ ਹੋਵੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ 52 ਅੱਖਰ ਸੋਧ ਕਹਿ। ਸੋਧ ਕਹਿ ਦਾ ਭਾਵ ਕੀ ਹੈ ਕਿ ਵਿਚਾਰ ਕਰਕੇ ਹੈ ਕਿ ਅਸਲ ਦੇ ਵਿੱਚ ਇਹਨਾਂ ਨੂੰ ਪੜ੍ਹਨ ਦਾ ਸਿਲਸਿਲਾ ਗਾਂ ਗਾਂ ਨਾ ਵਧਾਈ ਜਾ, ਇਹਨਾਂ ਨੂੰ ਬੁੱਝਣ ਦਾ ਯਤਨ ਕਰ। ਸੋਧ ਕਹਿ, ਜਿਵੇਂ ਕਿਸਾਨ ਬੀਜ ਬੀਜਦਾ ਤਾਂ ਪਹਿਲਾਂ ਉਹ ਸੋਧਦਾ, ਉਹਦੀ ਪਿਉਰੀਫਿਕੇਸ਼ਨ ਕਰਦਾ, ਤਾਂ ਕਰਕੇ ਕਿਉਂਕਿ ਜੇ ਬੀਜ ਸੋਧ ਲਿਆ ਤਾਂ ਫਸਲ ਨੂੰ ਜਿਹੜੀਆਂ ਬਿਮਾਰੀਆਂ ਉਹਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਜਾਏਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਅੱਖਰ ਦਾ ਗਿਆਨ ਲੈ ਲਿਆ ਤਾਂ ਇਹਨੂੰ ਪਹਿਲਾਂ ਆਪਣੇ ਉੱਪਰ ਇੰਪਲੀਮੈਂਟ ਕਰਕੇ ਇਹਦਾ ਭੇਦ ਸਮਝ ਲੈ, ਫਿਰ ਦੂਜੇ ਨੂੰ ਪ੍ਰਬੋਧਨ ਦਾ ਕਾਰਜ ਕਰੀ। ਤਾਂ ਅੱਗੇ ਕਹਿੰਦੇ ਹਰ ਚਰਨੀ ਚਿੱਤ ਲਾਏ। ਹੁਣ 52 ਕਿੰਨਿਆਂ ਕੁ ਨੂੰ ਸ਼ਾਇਦ ਘੱਟ ਨੂੰ ਹੀ ਇਲਮ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 52 ਅੱਖਰੀ ਬਾਣੀ ਵੀ ਆਉਂਦੀ ਹੈ। 52 ਅੱਖਰੀ ਬਾਣੀ ਆਉਂਦੀ ਹੈ, ਸੁਖਮਨੀ ਸਾਹਿਬ ਤੋਂ ਪਹਿਲਾਂ ਆਉਂਦੀ ਹੈ। 250 ਅੰਗ 'ਤੇ ਬਾਣੀ ਦਾ ਪਾਠ ਹੈ। ਸਤਿਗੁਰੂ ਸਾਹਿਬ ਜੀ ਨੇ ਅੱਖਰਾਂ ਦੇ ਪ੍ਰਮਾਣ ਨਾਲ ਸਾਨੂੰ ਗੱਲ ਸਮਝਾਈ ਹੈ। ਅੱਜ ਸਾਡੇ ਕਿਹੜੇ ਬੱਚੇ ਦੀ ਗੁਰਮੁਖੀ ਵਿੱਦਿਆ ਇੰਝ ਸ਼ੁਰੂ ਹੁੰਦੀ ਹੈ ਕਿ ਉਹ ਗੁਰਮੁਖੀ 35 ਦਾ ਗਿਆਨ ਗੁਰਬਾਣੀ ਦੇ ਸ਼ਬਦ ਉਪਦੇਸ਼ ਨਾਲ ਕਰੇ। ਮੈਂ ਕਿਸੇ ਸਮੇਂ ਪੂਰਾ ਐਫਰਟ ਕਰਕੇ ਬਣਾਇਆ ਹੋਇਆ ਮੌਜੂਦ ਹੈ ਇੰਟਰਨੈਟ 'ਤੇ ਕਿ ਇੱਕ ਗੁਰਸਿੱਖ ਬੱਚੇ ਦੀ ਜਿਹੜੀ ਪਹਿਲੀ ਵਿੱਦਿਆ ਉਹ ਕਿਵੇਂ ਸ਼ੁਰੂ ਹੋਣੀ ਚਾਹੀਦੀ ਹੈ, ਕਿ ਉਹਦੇ ਕੋਲੋਂ ਫਿਰ ਉਹ ਸਾਰੀ ਗੁਰਬਾਣੀ ਵਿੱਚੋਂ ਉਵੇਂ ਦੇ ਪ੍ਰਮਾਣ ਇਕੱਠੇ ਕਰਕੇ ਇੱਕ ਜਗ੍ਹਾ ਕੀਤੇ, ਉਹਦੀ ਸਾਊਂਡ ਵੀ ਬਣਾਈ, ਸਾਰਾ ਕੁਝ ਬਣਾਇਆ। ਕੋਈ ਦੇਖਦਾ ਹੀ ਨਹੀਂ ਹੈ, ਕਿਉਂਕਿ ਸਾਨੂੰ ਤਾਂ ਵਿੱਦਿਆ ਹੋਰ ਚਾਹੀਦੀ ਹੈ। ਅਸੀਂ ਤਾਂ ਆਪਣੇ ਅੱਜ ਕਿਸੇ ਦਫਾ ਮੈਂ ਆਪਣੇ ਸਾਡੇ ਨਿਕਟ ਵਰਤੀ ਨੇ, ਤਾਂ ਉਹਨਾਂ ਦਾ ਬੱਚਾ IT 'ਚ ਪੜ੍ਹਦਾ ਹੈ, ਤਾਂ ਉਹਨਾਂ ਨੇ ਬੜਾ ਪ੍ਰਗਟਾਵਾ ਕੀਤਾ ਜੀ ਬਹੁਤ ਵੱਡਾ ਪੜ੍ਹਦਾ ਹੈ। ਹੈਰਾਨਗੀ ਦੀ ਗੱਲ, ਉਹਨਾਂ ਦਾ ਬੱਚੇ ਨੂੰ ਮੂਲ ਮੰਤਰ ਤਾਂ ਕਿ ਇੱਕ ਓਂਕਾਰ ਦਾ ਨਹੀਂ ਸੀ ਪਤਾ ਕਿ ਇਹ ਕੀ ਚੀਜ਼ ਹੈ।
ਸਾਡੇ ਬੱਚੇ ਦੁਨਿਆਵੀ ਗਿਆਨ ਦੇ ਪੱਧਰ 'ਤੇ ਤਾਂ ਜੀਨੀਅਸ ਬਣ ਜਾਣਗੇ, ਪਰ ਆਪਣੇ ਗੁਰੂ ਦੇ ਸ਼ਬਦ ਵਿਰਾਸਤ ਦੀ ਜਿਹੜੀ ਅਧਿਆਤਮਿਕਤਾ, ਉਹਦੇ ਤੋਂ ਲੂਲੇ ਲੰਗੜੇ ਅਪਾਹਜ ਰਹਿ ਜਾਣਗੇ। ਇਹਦੀ ਸਾਨੂੰ ਕੋਈ ਚਿੰਤਾ ਨਹੀਂ, ਕੋਈ ਚਿੰਤਾ ਨਹੀਂ ਕਿਸੇ ਘਰ ਦੇ ਵਿੱਚ। ਜਿਨ੍ਹਾਂ ਦਾ ਜ਼ਿਕਰ ਹੈ ਨਾ 52 ਅੱਖਰ ਸੋਧਕ ਹੈ, ਪਿਛਲੇ ਸਮੇਂ ਵਿੱਚ ਭਾਰਤ ਦੇ 27 28 IAS ਬਣੇ, ਉਹਨਾਂ ਦੇ ਵਿੱਚ 14-15 ਉਹ ਸਨ ਜਿਨ੍ਹਾਂ ਨੇ MA ਸੰਸਕ੍ਰਿਤ ਨਾਲ ਪਾਸ ਕੀਤੀ ਸੀ। ਅਤੇ ਸਾਨੂੰ ਤਾਂ ਪੰਜਾਬੀ ਵੀ ਠੀਕ ਢੰਗ ਨਾਲ ਨਹੀਂ ਆਉਂਦੀ। ਬਾਣੀ ਦਾ ਪਾਠ ਕਰਦੇ ਨੇ, ਕਈ ਦਫਾ ਸੁਣਦਾ ਮੈਂ, ਕਿਸੇ ਨੂੰ ਕਹਿੰਦਾ ਨਹੀਂ, ਮੇਰਾ ਸੁਭਾਅ ਹੈ। ਇੰਨਾ ਜ਼ਿਆਦਾ ਅਸੀਂ ਉਪਦਰਵ ਕਰ ਰਹੇ ਹੁੰਦੇ ਹਾਂ, ਤਰਸ ਆਉਂਦਾ ਇਹਨਾਂ ਨੂੰ ਤਾਂ ਪੰਜਾਬੀ ਠੀਕ ਢੰਗ ਨਾਲ ਨਹੀਂ ਆਉਂਦੀ, ਬਾਣੀ ਕੀ ਪੜ੍ਹਨਗੇ। ਕੁਝ ਹੋਰ ਹੀ ਬਣਾਈ ਜਾ ਰਹੇ ਨੇ, ਕੁਝ ਹੋਰ ਹੀ ਲਿਖਿਆ ਕੁਝ ਹੈ, ਬੋਲਿਆ ਕੁਝ ਹੋਰ ਜਾ ਰਿਹਾ। ਕਿਉਂਕਿ ਅੱਖਰ ਗਿਆਨ ਨਾਲ ਤਾਂ ਸਾਨੂੰ ਪੂਰੀ ਚਿੜ ਹੈ। ਅਸੀਂ ਤਾਂ ਅੱਖਰ ਗਿਆਨ ਦੇ ਨੇੜੇ ਜਾ ਕੇ ਵੱਡੇ ਭੇਦ ਤਾਂ ਕੀ ਸਮਝਣੇ ਕਿ ਅੱਖਰ ਦਾ ਕੋਈ ਅਭਿਆਸ ਅਸੀਂ ਆਪਣੇ ਘਰ ਦੇ ਵਿੱਚ ਨਹੀਂ ਰਹਿਣ ਦਿੰਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ 52 ਅੱਖਰ ਸੋਧਕ ਹੈ, ਜਿਹੜਾ ਤੇਰੇ ਕੋਲ ਪੰਡਤ ਅੱਖਰ ਦਾ ਗਿਆਨ, ਇਹਨੂੰ ਸੋਧ, ਹਰੇਕ ਗੱਲ ਨੂੰ ਦੁਬਾਰਾ ਵਿਚਾਰ। ਜਿਵੇਂ ਗੁਰਬਾਣੀ 'ਚ ਮੈਂ 2-3 ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਦੱਦੇ ਅੱਖਰ ਬਾਰੇ ਆਉਂਦਾ ਹੈ, ਦੱਦੈ ਦੋਸ ਨ ਦੇਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਮ। ਇਸੇ ਪ੍ਰਕਾਰ ਗੁਰੂ ਸੱਸੇ ਬਾਰੇ ਵਾਕ ਹੁੰਦਾ, ਸੱਸੈ ਜੋ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ, ਸਾਈ ਪੁੱਤਰੀ ਜਮਾਨ ਕੀ ਸਤਨ ਤੇਰੀ, ਏਤ ਖਾਦ ਤਦ ਤੇਰਾ ਜਨਮ ਗਿਆ। ਡੱਡੇ ਬਾਰੇ ਹੁੰਦਾ, ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੈ ਜਾਨ, ਉਹਾਂ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ। ਥੱਥੇ ਬਾਰੇ ਹੁੰਦਾ, ਥੱਥਾ ਥਿਰ ਕੋਉ ਨਹੀਂ, ਕਾਏ ਪਸਾਰੋ ਪਾਵ, ਅਨਕ ਬੰਚ ਬਲ ਛਲ ਕਰੋ, ਮਾਇਆ ਏਕ ਉਪਾਵ। ਪੱਪੇ ਬਾਰੇ ਹੁੰਦਾ, ਪੱਪਾ ਪਰਮਤ ਪਾਰ ਨ ਪਾਇਆ, ਪਤਤ ਪਾਵਨ ਅਗਮ ਹਰਾਇਆ, ਹੋਤ ਪਨੀਤ ਕੋਟ ਅਪਰਾਧੂ, ਪਾਵਨ ਜਪੇ ਮਿਲ ਸਾਧੂ। ਕਿੰਨੇ ਵਾਕ ਆਉਂਦੇ ਨੇ। ਕਿਸੇ ਗੁਰਸਿੱਖ ਬੱਚੇ ਦੀ ਇਸ ਤਰ੍ਹਾਂ ਦੀ ਲੱਭ ਕੇ ਦਿਖਾ ਦਿਓ ਵਿੱਦਿਆ। ਇਸ ਕਰਕੇ ਉਂਝ ਅਸੀਂ ਕਹਿੰਦੇ ਸਾਡਾ ਬੱਚਾ ਸਿੱਖ ਹੈ। ਜਿਹੜੀ ਉਹਦੀ ਵਿੱਦਿਆ ਦੇ ਰਹੇ ਹੋ ਉਹ ਤਾਂ ਅੰਗਰੇਜ਼ਾਂ ਦੀ ਗੁਲਾਮੀ ਵਾਲੀ ਹੈ ਉਹਦੀ। ਤੁਸੀਂ ਫਿਰ ਬੱਚੇ ਨੂੰ ਕਿਸ ਅਰਥ 'ਚ ਸਿੱਖ ਕਹਿ ਰਹੇ ਹੋ। ਕਈ ਦਫਾ ਬੱਚੇ ਨੂੰ ਸਿਰ 'ਤੇ ਪਟਕਾ ਬੰਨ੍ਹ ਦਿੱਤਾ ਜਾਂਦਾ, ਉਹਨੂੰ ਗੁਰਮੁਖੀ ਦਾ ਕੋਈ ਬੋਧ ਨਹੀਂ ਹੁੰਦਾ, ਉਹਨੂੰ ਕਹਿਣਗੇ ਸਿੱਖ ਬੱਚਾ। ਮੈਂ ਕਿਹਾ ਸਿੱਖ ਤਾਂ ਇਹਨੂੰ ਟਾਈਟਲ ਦਿੱਤਾ, ਇਹਦਾ ਜੀਵਨ ਤਾਂ ਇੱਕ ਪੱਖ 'ਤੇ ਵੀ ਸਿੱਖ ਵਿੱਚ ਨਹੀਂ ਢਲਿਆ ਹੋਇਆ ਕਿ ਜਿਸ ਸ਼ਬਦ ਜਿਸ ਅੱਖਰ ਦੇ ਬੋਧ ਨਾਲ ਇਹਨੇ ਆਪਣੀ ਅਧਿਆਤਮਿਕ ਵਿਰਾਸਤ ਨੂੰ ਕਮਾਉਣਾ, ਆਪਣੇ ਗੁਰੂ ਚਰਨਾਂ ਨਾਲ ਜੁੜਨਾ, ਉਹ ਤਾਂ ਇਹਦੇ ਕੋਲ ਹੈ ਹੀ ਨਹੀਂ। ਅੱਜ ਕਿੰਨਿਆਂ ਘਰਾਂ ਦਾ ਸੰਕਟ ਹੈ ਕਿ ਸ਼ਹਿਰੀ ਸੁਸਾਇਟੀ 'ਤੇ ਭਾਵੇਂ ਸਿੱਖਾਂ ਦੀ ਹੋਵੇ ਅਤੇ ਭਾਵੇਂ ਹਿੰਦੂਆਂ ਦੀ ਹੋਵੇ, ਉਹ ਹਿੰਦੀ ਨੂੰ ਤਰਜੀਹ ਦਿੰਦੀ ਹੈ। ਮੈਂ ਦੇਖਿਆ ਇੱਥੇ ਲੋਕ ਸਬਜ਼ੀ ਖਰੀਦਦੇ ਨੇ, ਉਹ ਹੀ ਹਿੰਦੀ ਬੋਲਣਗੇ, ਪੰਜਾਬੀ ਬੋਲਦੇ ਹੀ ਨਹੀਂ ਉਹ। ਕਿ ਜੇ ਤੁਸੀਂ ਆਪਣੇ ਗੁਰੂ ਦੇ ਬੋਲ ਵਿੱਚੋਂ ਭਾਸ਼ਾ ਨਹੀਂ ਬੋਲ ਰਹੇ ਤਾਂ ਤੁਸੀਂ ਆਪਣੇ ਗੁਰੂ ਨਾਲ ਜੁੜੋਗੇ ਕਿਵੇਂ? ਤੁਹਾਡੇ ਕੋਲ ਪੈਟਰਨ ਕੀ ਹੈ? ਤਾਂ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ 52 ਅੱਖਰ ਸੋਧਕ ਹੈ। ਅੱਖਰ ਗਿਆਨ ਉੱਤਮ ਹੈ, ਇਹੀ ਤੁਹਾਨੂੰ ਤੁਹਾਡੇ ਸ਼ਬਦ ਨਾਲ ਜੋੜੇਗਾ, ਅਤੇ ਸ਼ਬਦ ਨਾਲ ਜੁੜੋਗੇ ਅਤੇ ਤੁਹਾਡੇ ਜੀਵਨ ਦੀ ਕਲਿਆਣ ਹੋਏਗੀ। ਨਹੀਂ ਤਾਂ ਜੀਵਨ ਦੇ ਹੋਰ ਰੂਪਾਂ ਦੇ ਵਿੱਚ ਭਰਮਦੇ ਆਪਣੇ ਜੀਵਨ ਦੇ ਮੂਲ ਭਾਵ ਨੂੰ ਛੱਡ ਬੈਠੋਗੇ ਅਤੇ ਆਪਣੀ ਜਿਹੜੀ ਜੀਵਨ ਦੀ ਅਸਲ ਮਕਸਦ ਹੈ ਉਹਨੂੰ ਗਵਾ ਬੈਠੋਗੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਸੰਸਿਆਂ ਵਿੱਚ ਉਬਜ ਕੇ ਗੁਰੂ ਸ਼ਬਦ ਦੇ ਗਿਆਨ ਦੀ ਕਮਾਈ ਕਰਕੇ ਜੀਵਨ ਦੀ ਉੱਤਮਤਾ ਨੂੰ ਪ੍ਰਗਟਾਓ, ਤਾਂ ਕਿ ਜੀਵਨ ਦਾ ਭੇਦ ਸਮਝ ਆਵੇ ਅਤੇ ਮਾਲਕ ਦੀ ਨਿਕਟਤਾ ਪ੍ਰਾਪਤ ਹੋਵੇ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ। ਸ਼ਲੋਕ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਭੁਤ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ